वाहिगुरु साहिब जी। चकर चिन्ह अर बरन जात, अर पात नहन जेह। रूप रंग अर रेख भेख, को कह ना सकत केह। अचल मूरत अनभव प्रकाश, अमतोज कहजै कोट इंद्र इंद्राण। साहे साहान गणजै, तिर भवन महीप सुर नर असुर। नेत नेत बन तृण कहत, तवै सर्बनाम कथै कवन। करम नाम बरनत सुमत, मूक उचरै शास्त्र खट। पिंग गृन चढ़ जाए, अंध लखै बदरो सुनै। जो काल कृपा कराय, कहा बुद्ध प्रभ तुष हमारी। बरन सकै महिमा जे तुहारी, हम ना सकत कर सिफत तुम्हारी। आप लेहो तुम कथा सुधारी, हम ना सकत कर सिफत तुम्हारी। आप लेहो तुम कथा सुधारी। सज्जन सचा पातशाह, सिर साहद साहो। पास बैठया सोहीय, सबना दा विसाहो। सतनाम श्री वाहिगुरु साहिब जी। सलोक महला पंजवा। साजन तेरे चरण की, होए रहा सद तूर। नानक शरण तुहारिया, पेखो सदा हजूर। साजन तेरे चरण की, होए रहा सद तूर। नानक शरण तुहारिया, पेखो सदा हजूर। महला पंजवा। पतत पुनीत असंख होहे, हर चरणी मन लाग। 68 तीरथ नाम प्रभ, जिस नानक मस्तक भाग। पौड़ी। नाउ परवदगार दा, जिसनो करे रहम। तिस ना विसारदा, आप उपावन हार। आपे ही मारदा, सब किछ जानै जान। बुझ विचारदा, अनेक रूप खिन माहे। कुदरत धारदा,
ਜਿਸ ਨੂੰ ਲਾਏ ਸੱਚ ਤਿਸ ਹੈ ਉਦਾਰਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਗ ਦੀ ਬਾਣ ਹੈ, ਹਉ ਤਿਸ ਨਮਸਕਾਰ ਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਗ ਦੀ ਬਾਣ ਹੈ, ਹਉ ਤਿਸ ਨਮਸਕਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਆਪਣੇ ਪਾਵਨ ਪਵਿੱਤਰ ਦੀਦਾਰ ਬਖਸ਼ ਕਰਕੇ ਐਸੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਆਪਣੇ ਦਾਸਾਂ ਨੂੰ ਕਰਤਾਰਥ ਕਰਨਾ ਕੀਤਾ ਹੈ। ਜੋ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਬਖਸ਼ਿਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਿਸ ਦੁਆਰਾ ਜੋ ਸਾਨੂੰ ਅੱਜ ਦੇ ਦਿਹਾੜੇ ਉਪਦੇਸ਼ ਕਰ ਰਹੇ ਹਨ, ਇਹ ਜੋ ਪਾਵਨ ਪਵਿੱਤਰ ਸ਼ਬਦ ਹੈ, ਇਹ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਗੂਜਰੀ ਜੀ ਕੀ ਵਾਰ, ਜਿਹੜੀ ਦੂਸਰੀ ਵਾਰ ਹੈ ਗੂਜਰੀ ਰਾਗ ਦੀ, ਉਹਦੇ ਵਿੱਚ ਇਹ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਮੇਰੇ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਵਾਰ ਉਚਾਰਨ ਕੀਤੀ ਹੈ। ਅੱਜ ਦੇ ਦਿਹਾੜੇ ਜਿਹੜਾ ਪਹਿਲਾ ਸ਼ਲੋਕ ਸਤਿਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹਨ, ਇਹ ਗੁਰਸਿੱਖ ਮੁਖ ਦੁਆਰਾ ਬੇਨਤੀ ਹੈ। ਗੁਰੂ ਕੇ ਸਿੱਖ ਨੇ ਜਦੋਂ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਆਣ ਕਰਕੇ ਬੇਨਤੀ ਕਰਨੀ ਹੈ, ਅਰਦਾਸ ਕਰਨੀ ਹੈ, ਗੁਰਸਿੱਖਾ ਉਹ ਕੀ ਕਰਨੀ ਹੈ। ਦੂਸਰੇ ਸ਼ਲੋਕ ਦੇ ਵਿੱਚ ਜੇ ਗੁਰਸਿੱਖ ਦਾ ਸ਼ੰਕਾ ਬਣ ਜਾਵੇ, ਮਹਾਰਾਜ ਇਹ ਬੇਨਤੀ ਕਿਉਂ ਕਰਨ ਲਈ ਕਹਿ ਰਹੇ ਹੋ, ਦੂਸਰੇ ਸ਼ੰਤ ਵਿੱਚ ਮੇਰੇ ਗੁਰਦੇਵ ਸ਼ਲੋਕ ਵਿੱਚ ਕਾਰਨ ਦੱਸਣਗੇ ਵੀ ਕਿਉਂ ਬੇਨਤੀ ਕਰਨੀ ਹੈ, ਇਹਦਾ ਫਾਇਦਾ ਤੈਨੂੰ ਕੀ ਹੋਵੇਗਾ, ਤੇ ਪੌੜੀ ਵਿੱਚ ਜਾ ਕਰਕੇ ਕਿਰਪਾ ਕਰਨਗੇ ਕਿ ਸੱਜਣਾ ਆਹ ਜਿਹੜੀ ਕਿਰਿਆ ਹੈ, ਇਸ ਕਿਰਿਆ ਦੁਆਰਾ ਤੂੰ ਸੰਸਾਰ ਤੋਂ ਸਫਲਾ ਹੋ ਕਰਕੇ ਜਾ ਸਕਦਾ ਹੈ। ਉਹ ਜੋ ਗੁਰਦੇਵ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਮੁਬਾਰਕ ਚਰਨਾਂ ਦਾ ਧਿਆਨ ਧਰਦੇ ਹੋਏ ਪ੍ਰੇਮ ਸਤਿਕਾਰ ਸਹਿਤ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਧੂਰ। ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬੇਨਤੀ ਕਰਦੇ ਨੇ, ਹੇ ਗੁਰੂ ਰਾਮਦਾਸ ਮਹਾਰਾਜ ਜੀਓ, ਇਹ ਪਿਤਾ ਸਤਿਗੁਰੂ ਸਾਹਿਬ ਜੀ, ਅਸੀਂ ਆਪ ਜੀ ਦੇ ਪਾਵਨ ਮੁਬਾਰਕ ਚਰਨਾਂ ਦੀ ਸਦਾ ਵਾਸਤੇ ਧੂੜੀ ਬਣ ਕਰਕੇ ਰਹੀਏ। ਗੁਰਸਿੱਖ ਦੀ ਬੇਨਤੀ ਕੀ ਹੈ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਇਹ ਕਿਰਪਾਲੂ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਜਿਹੜੀ ਧੂੜ ਹੈ, ਇਹਦੇ ਵਿੱਚ
ਅਸੀਂ ਸੋਭਾ ਪਾਉਂਦੇ ਹਾਂ ਜਦੋਂ ਆਪ ਜੀ ਦੀ ਪਾਵਨ ਸੇਵਾ ਵਿੱਚ ਲੱਗੇ ਹੁੰਦੇ ਹਾਂ। ਆਪ ਜੀ ਦੇ ਪਾਵਨ ਚਰਨਾਂ ਦੀ ਧੂੜ, ਜਿਹੜੀ ਗੁਰਸਿੱਖ ਸੰਗਤਾਂ ਦੇ ਚਰਨਾਂ ਦੀ ਧੂੜੀ ਇਕੱਤਰ ਕਰਨੀ, ਜਿਹਨੂੰ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਪੜ੍ਹਦੇ ਹਾਂ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਗੁਰਸਿੱਖਾਂ ਨੇ ਜਿੱਥੇ ਬੈਠ ਕਰਕੇ ਸਿੱਖ ਸੰਗਤਾਂ ਨੇ ਗੁਰੂ ਕਾ ਜਸ ਕੀਤਾ, ਗੁਰੂ ਕੀ ਬਾਣੀ ਪੜ੍ਹੀ, ਸੇਵਾਦਾਰੀ ਭਾਵ ਚਾਣ ਕਰਕੇ ਉਸ ਥਾਂ ਦੇ ਤੱਪੜਾਂ ਨੂੰ ਝਾੜ ਕਰਕੇ ਇਹ ਮੰਨਿਆ ਕਿ ਜਿੱਥੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਬੈਠੇ ਸਨ ਉਹ ਥਾਂ ਪਵਿੱਤਰ ਹੈ। ਇਸ ਪਵਿੱਤਰ ਥਾਂ ਦੀ ਜਿਹੜੀ ਧੂੜੀ ਹੈ ਇਹ ਸਾਡੇ ਮਸਤਕ ਤੇ ਲੱਗਣ ਕਰਕੇ ਸਾਡੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਣਗੇ। ਇਹ ਅਕੀਦਾ ਹੈ ਗੁਰਸਿੱਖ ਦਾ। ਆਦਿ ਕਾਲ ਤੋਂ ਲੈ ਕਰਕੇ ਇਹ ਮਰਿਆਦਾ ਹੈ ਕਿ ਨਾਮ ਜਪਣ ਵਾਲਿਆਂ ਦੀ ਸੇਵਾ ਕੀਤੀ ਜਾਵੇ। ਨਾਮ ਜਪਣ ਵਾਲਿਆਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਅਜਿਹੇ ਕੀਤੇ ਹੋਏ ਕਰਮ ਜਿੱਥੇ ਬੈਠ ਕਰਕੇ, ਕਿਉਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਾਧੂ ਬੈਠ ਜਾਣ ਨਾ, ਉਹ ਥਾਂ ਸੋਭਾ ਨੀਕ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਕਿਉਂ ਜੀ? ਉਹ ਸੇਵਨ ਸਮਰੱਥ ਆਪਣਾ, ਬਿਨਸੇ ਸਭ ਮੰਦਾ। ਮਹਾਰਾਜ ਉਹ ਥਾਂ ਸੁਹਾਵਣਾ ਕਿਵੇਂ ਹੋਇਆ? ਤੇ ਗੁਰਦੇਵ ਬਖਸ਼ਿਸ਼ ਕਰਦੇ ਨੇ, ਉਹ ਆਪਣੇ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦੇ ਨੇ ਤੇ ਜਿਹੜਾ ਮੰਦਾਪੁਣਾ ਹੁੰਦਾ ਹੈ ਸਾਧ ਸੰਗਤ ਜੀ, ਉਹ ਸਾਰਾ ਹੀ ਨਾਸ ਹੋ ਜਾਂਦਾ। ਮੰਦੇ ਨੂੰ ਉੱਥੇ ਥਾਂ ਹੀ ਕੋਈ ਨਹੀਂ, ਉੱਥੇ ਮੰਦਾਪੁਣਾ ਨੇੜੇ ਆ ਹੀ ਨਹੀਂ ਸਕਦਾ। ਕਿਉਂ? ਜਿਹੜੇ ਦੂਤ ਨੇ ਦੂਤੀ ਵਾਲੇ, ਉਹਨਾਂ ਨੂੰ ਵੀ ਪਰਮੇਸ਼ਰ ਨੇ ਕਹਿ ਕਰਕੇ ਛੱਡਿਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ, ਨਾ ਤੂੰ ਨਹਿ ਛੁਟੇ ਨਿਕਟ ਨਾ ਜਾਈਓ। ਦੂਤ ਮੰਦਿਆਂ ਨੇ ਤੇ ਕੀ ਜਾਣਾ? ਧਰਮ ਰਾਜੇ ਦੇ ਦੂਤ ਜਿਹੜੇ ਦੂਤੀ ਕਰਨ ਵਾਲੇ ਨੇ ਨਾ, ਉਹਨਾਂ ਨੂੰ ਵੀ ਇਹ ਕਹਿ ਕੇ ਰੱਖਿਆ ਹੋਇਆ ਹੈ, ਜਿੱਥੇ ਪਰਮੇਸ਼ਰ ਦੇ ਪਿਆਰੇ ਸਿਮਰਨ ਕਰਨਗੇ, ਵੇਖਿਓ ਦੂਤੋ ਉੱਥੋਂ ਕਿਤੇ ਨੇੜੇ ਦੀ ਵੀ ਨਾ ਲੰਘ ਜਾਇਆ ਜੇ, ਨੇੜੇ ਦੀ ਵੀ, ਇਸ ਘਰ ਦੇ ਲਾਗੋਂ ਦੀ ਨਾ ਲੰਘਿਆ ਜੇ। ਕਿਉਂ? ਇੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤੀ ਕਰਦੇ ਨੇ। ਐਸੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਜਿਹਦੀ ਭਗਤੀ ਕਰਨੇ ਤੇ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ, ਜਿਨ੍ਹਾਂ ਦਾ ਸਿਮਰਨ ਕਰਨੇ ਤੇ ਭਾਈ ਅਣਖ ਬਿਗਣਾ ਤੋਂ ਛੁੱਟ ਜਾਈਦਾ ਹੈ, ਜਿਨ੍ਹਾਂ ਦਾ ਸਿਮਰਨ ਕਰਨੇ ਤੇ ਧਰਤੀ ਪਵਿੱਤਰ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਅਰਦਾਸ ਕਰ, ਹੇ ਮੇਰੇ ਸਾਜਨ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਆਪ ਜੀ ਦੀ ਦਿਆਲਤਾ ਹੈ, ਆਪ ਜੀ ਦੀ ਇਹ ਰਹਿਮਤ ਹੈ, ਤਾਂ ਹੀ ਇਸ ਦਰ ਨਾਲ ਪ੍ਰੀਤੀ ਬਣੀ ਨਾ। ਇਹ ਆਪ ਜੀ ਦੀ ਕਿਰਪਾ ਹੈ। ਇੰਨੀਆਂ ਕੌਮਾਂ ਨੇ ਸੰਸਾਰ ਵਿੱਚ, ਇੰਨੇ ਧਰਮ ਹਨ। ਕਿਰਪਾਲੂ ਜੀ, ਆਪ ਜੀ ਨੇ ਦਇਆ ਕਰਕੇ ਮੇਰੇ ਨਾਮ ਦੇ ਨਾਲ ਸਿੱਖ ਲਵਾ ਦਿੱਤਾ ਹੈ। ਆਪ ਜੀ ਦੀ ਬਖਸ਼ਿਸ਼ ਹੈ। ਦੁਨੀਆ ਦੇ ਲੋਕ ਮੇਰੇ ਵਰਗੇ ਨਾ ਚੀਜ਼ ਨੂੰ ਆਪ ਜੀ ਦੇ ਦਰ ਦਾ ਸੇਵਕ ਜਾਣ ਕਰਕੇ ਪੂਜਦੇ ਹਨ। ਇਸ ਕਰਕੇ ਬੇਨਤੀ ਕਰਦਾ ਕਿਰਪਾਲੂ ਜੀ, ਧੰਨ ਗੁਰੂ ਰਾਮਦਾਸ ਮਹਾਰਾਜ, ਆਪ ਜੀ ਦੇ ਚਰਨਾਂ ਦੀ ਧੂੜੀ ਹੋ ਜਾਈਏ। ਧੂੜ ਜੀ, ਆਪ ਜੀ ਦੇ ਚਰਨਾਂ ਦੀ ਧੂੜੀ ਬਣ ਜਾਵਾਂਗੇ ਤੇ ਬਖਸ਼ਿਸ਼ ਕੀ ਹੋਵੇਗੀ? ਕਵੀ ਜਣਾ ਨੇ ਬੜਾ ਸੁੰਦਰ ਇਸ ਬਾਬਤ ਲਿਖਿਆ ਹੈ। ਕਵੀਸ਼ਰ ਸਿੰਘ ਇਹ ਆਮ ਇਹ ਦੋਹਾ ਬੋਲਦੇ ਨੇ ਕਿ ਜੀਆ ਜੇਕਰ ਤੂੰ ਜ਼ਿੰਦਗੀ ਲੋੜਦਾ ਏ, ਮਾਣ ਤਾਣ ਛੱਡ ਕੇ ਹੌਲਾ ਪਾਕ ਹੋ ਜਾ, ਪਲਕਾਂ ਉੱਤੇ ਬਿਠਾਉਣਗੇ ਲੋਕ ਸਾਰੇ, ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ। ਕਵੀ ਜਣੋ ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੇ, ਉਹ ਸਿੱਖਾ ਚਾਹੁੰਦਾ ਕੀ ਹੈ, ਤੇਰੀ ਮਨ ਦੀ ਇੱਛਾ ਕੀ ਹੈ? ਸੱਜਣ ਜੀ, ਹਰੇਕ ਮਨੁੱਖ ਕਵੀਸ਼ਰ ਜਣੋ ਇਹ ਚਾਹੁੰਦਾ ਹੈ ਕਿ ਲੋਕ ਮੈਨੂੰ ਵੱਡਾ ਕਰਕੇ ਪੂਜਣ, ਵੱਡਾ ਕਰਕੇ। ਜਦੋਂ ਮੈਂ ਕਿਸੇ ਦੇ ਮੱਥੇ ਲੱਗਾ ਨਾ, ਉਹ ਮੱਥੇ ਤੂੜੀ ਪਾ ਕੇ ਨਾ ਮਿਲੇ, ਉਹ ਜਦੋਂ ਵੀ ਮਿਲੇ ਉਹ ਮੈਨੂੰ ਬੜੇ ਹੱਸਦੇ ਚਿਹਰੇ ਨਾਲ ਮਿਲੇ, ਹੱਸਦੇ ਚਿਹਰੇ ਨਾਲ। ਤੇ ਕਵੀਸ਼ਰ ਕਹਿਣ ਲੱਗੇ, ਭਾਊ ਸੌਖਾ ਜਿਹਾ ਢੰਗ ਦੱਸੀਏ, ਸੌਖਾ ਜਿਹਾ ਤੈਨੂੰ, ਗੁਰੂ ਨਾਨਕ ਦੇ ਚਰਨਾਂ ਦੀ ਧੂੜੀ ਬਣ ਜਾ। ਤੇ ਕਵੀਸ਼ਰੋ ਫਾਇਦਾ ਕੀ? ਕਹਿਣ ਲੱਗੇ, ਚਾਹੁੰਦਾ ਹੈ ਨਾ ਜਿਹੜਾ ਮੱਥੇ ਲੱਗੇ
ਉਹ ਹੱਸ ਕੇ ਮਿਲੇ। ਲੋਕ ਉਸ ਧੂੜੀ ਨੂੰ ਚੁੱਕ ਚੁੱਕ ਕੇ ਮੱਥੇ ਨਾਲ ਲਾਉਂਦੇ ਤੇ ਰੱਬ ਦਾ ਸ਼ੁਕਰਾਨਾ ਕਰਦੇ, ਪਰਮੇਸ਼ਰ ਤੇਰਾ ਸ਼ੁਕਰ ਮੇਰੇ ਮੱਥੇ ਨਾਲ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਲੱਗੀ ਹੈ। ਕਹਿਣ ਲੱਗੇ ਜੇਕਰ ਜ਼ਿੰਦਗੀ ਲੋੜਦਾ ਹੈ, ਜੇਕਰ ਜਿਉਣਾ ਲੋੜਦਾ ਹੈ ਤੇ ਇੱਕੋ ਹੀ ਘਰ ਹੈ, ਉਸ ਦਰ ਦੀ ਖਾਕ ਬਣ ਜਾ। ਇਸ ਕਰਕੇ ਬੇਨਤੀ ਕਰੀਏ, ਹੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਆਪ ਜੀ ਦੇ ਪਾਵਨ ਦਰਬਾਰ ਦੇ ਦੀਦਾਰ ਹੋਏ, ਆਪ ਜੀ ਦੀ ਦਿਆਲਤਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ ਹਾਂ। ਇੱਕ ਕਿਰਪਾ ਕਰ ਦੇਵੋ, ਆਪ ਜੀ ਦੇ ਚਰਨਾਂ ਦੀ ਧੂੜੀ ਬਣ ਜਾਈਏ ਜੀ। ਮਾਣ ਤਾਣ ਜਿਹੜਾ ਬਹੁਤਾ ਲੱਗਾ ਹੋਇਆ ਹੈ, ਕਿਉਂ ਜੀ? ਜਿੰਨਾ ਚਿਰ ਗੁਰਸਿੱਖ ਦੇ ਅੰਦਰੋਂ ਆਪਾ ਭਾਵ ਖਤਮ ਨਾ ਹੋ ਜਾਵੇ, ਜਿੰਨਾ ਚਿਰ ਹੰਗਤਾ ਮੁੱਕ ਨਾ ਜਾਵੇ, ਉਹਨਾਂ ਚਿਰ ਸੇਵਾਦਾਰੀ ਦਾ ਸੰਕਲਪ ਹੀ ਹਿਰਦੇ 'ਚ ਪੈਦਾ ਨਹੀਂ ਹੋ ਸਕਦਾ। ਹੰਗਤਾ ਵਾਲਾ ਮਨੁੱਖ ਕਿਸੇ ਨੂੰ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਫੜਾ ਸਕਦਾ। ਇਹ ਤੇ ਧੰਨ ਗੁਰੂ ਕੇ ਲਾਲ ਜਿਹੜੇ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਨੇ, ਇੱਕ ਦੂਜੇ ਤੋਂ ਮੋਹਰੇ ਹੋ ਕਰਕੇ ਧੰਨ ਗੁਰੂ ਕਾ ਦਰਬਾਰ, ਧੰਨ ਗੁਰੂ ਕੇ ਸਿੱਖ। ਦੁਨੀਆ ਲੜਦੀ ਏ ਆਪਣੀ ਵਡਿਆਈ ਲਈ, ਗੁਰੂ ਕੇ ਸਿੱਖੋ ਮੈਂ ਸਿੱਖ ਲੜਦੇ ਵੇਖੇ ਨੇ। ਜੋੜੇ ਚੁੱਕਣ ਤੋਂ ਜੋੜੇ ਤੋਂ ਭਾਊ, ਆ ਹੁਣ ਵਾਰੀ ਮੇਰੀ ਸੀ, ਤੂੰ ਮੇਰੇ ਤੋਂ ਪਹਿਲਾਂ ਜੋੜੇ ਕਿਵੇਂ ਚੁੱਕ ਲਏ। ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਇਹ ਸੇਵਾ ਮੈਨੂੰ ਦਿੱਤੀ ਹੈ। ਆਪਾ ਭਾਵ ਦੀ ਹੰਗਤਾ ਤਿਆਗ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਦੀ ਧੂੜ ਹੋ ਜਾਈਏ ਜੀ। ਨਾਨਕ ਸਰਨ ਤੁਹਾਰੀਆ, ਆਸ਼ਾ ਕਿਰਪਾ ਕਰਿਆ ਜੇ, ਆਪ ਜੀ ਦੀ ਸ਼ਰਨ ਤੋਂ ਪਾਸੇ ਨਾ ਕਰਿਆ ਜੇ। ਕੌਣ ਬਚਨ ਕਰ ਰਹੇ ਨੇ, ਕੌਣ ਸਾਨੂੰ ਇਹ ਜਾਚ ਸਿਖਾ ਰਹੇ ਨੇ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਹੜੇ ਬਚਨ ਕਰਦੇ ਨੇ, ਜੇ ਕਿਤੇ ਵਿਛੋੜਾ ਪਿਤਾ ਜੀ ਦੇ ਹੁਕਮ ਅਨੁਸਾਰ ਪੈ ਗਿਆ ਹੈ ਤੇ ਬੇਨਤੀ ਕੀ ਕੀਤੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀ। ਇਹ ਪਾਤਸ਼ਾਹ ਜੀ, ਜੇ ਆਪ ਜੀ ਦਾ ਦਰ ਦੇ ਦੀਦਾਰ ਨਾ ਹੋਣ, ਸਾਨੂੰ ਰਾਤ ਨੂੰ ਨੀਂਦ ਨਹੀਂ ਪੈਂਦੀ। ਧੰਨ ਸਤਿਗੁਰੂ ਸਾਹਿਬ ਜੀ, ਧੰਨ ਆਪ ਜੀ ਨੇ ਕਿੱਡੀ ਪਿਆਰੀ ਸਿੱਖੀ ਸਾਨੂੰ ਆਪ ਜੀ ਨੇ ਕਿਰਪਾ ਕਰਕੇ ਦ੍ਰਿੜ ਕਰਵਾਈ ਹੈ। ਧੰਨ ਕਿਰਪਾਲੂ ਜੀ ਆਪ ਹੋ। ਐਸੀ ਸਿੱਖਿਆ, ਐਸੀ ਸਿੱਖੀ ਦਾ ਕਿਣਕਾ ਕਿਤੇ ਸਾਡੇ ਹਿਰਦੇ ਵਿੱਚ ਵੀ ਵਸ ਜਾਵੇ ਜੀ। ਕਿਰਪਾਲੂ ਜੀ ਕਿਰਪਾ ਕਰਿਆ ਜੇ, ਸਾਡੇ ਚਿੱਤ 'ਚ ਇੱਕੋ ਹੀ ਚਾਰ ਰਵੇ, ਇੱਕੋ ਹੀ ਕੀ ਜੀ? ਮਹਾਰਾਜ ਜੀ ਪੇਖੋ ਸ਼ਰਨ ਤੁਹਾਰੀ ਆ, ਵਾਹਿਗੁਰੂ ਨਾਨਕ ਸ਼ਰਨ ਤੁਹਾਰੀ ਆ। ਮਹਾਰਾਜ ਆਪ ਜੀ ਦੀ ਸ਼ਰਨ ਤੋਂ ਬਾਰੇ ਨਾ ਹੋਈਏ, ਕਦੀ ਕਦੀ ਆਪ ਜੀ ਦੀ ਸ਼ਰਨ ਤੋਂ ਦੂਰ ਨਾ ਜਾਈਏ। ਸਾਨੂੰ ਇੱਕੋ ਹੀ ਚਾਅ ਲੱਗਾ ਹੋਵੇ, ਉਹ ਕਿਹੜੀ ਘੜੀ ਸਲੱਖਣੀ ਹੋਵੇ, ਜਿਸ ਸਮੇਂ ਜਾ ਕਰਕੇ ਆਪ ਜੀ ਦੇ ਦਰਸ਼ਨ ਦੀਦਾਰ ਕਰੀਏ। ਮਹਾਰਾਜ ਆਪ ਜੀ ਦੇ ਸਿੱਖਾਂ ਦੇ ਅੰਦਰ ਜਿਹੜੀ ਭਾਵਨਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਅੱਖਾਂ ਸਾਨੂੰ ਮਿਲ ਜਾਣ ਕਦੇ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੱਕ ਗੁਰਮੁਖ ਪਿਆਰਿਆਂ ਨੇ ਘਟਨਾ ਦੱਸੀ। ਕਹਿਣ ਲੱਗੇ ਮੈਂ ਲਾਚੀ ਬੇਰੀ ਖਲੋਤਾ ਹੋਇਆ ਚਿੱਤ 'ਚ ਵਿਚਾਰ ਕਰਾਂ ਕਿ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੀ ਸਰੂਪ ਜਾਣ ਕਰਕੇ ਦੀਦਾਰ ਕਰਾਂ। ਕਹਿਣ ਲੱਗੇ ਵਿਚਾਰਾਂ ਹੀ ਕਰਦਾ ਸਾਂ, ਪਿੱਛੇ ਆਣ ਕਰਕੇ ਇੱਕ ਗੁਰਸਿੱਖ ਖਲੋਤਾ, ਸ਼ਾਇਦ ਕੋਈ ਕਾਹਲੀ ਦੇ ਵਿੱਚ ਸੀ ਤੇ ਜਾਂ ਕਹਿੰਦੇ ਮੇਰਾ ਹੀ ਮਸਲਾ ਹੱਲ ਕਰਨ ਵਾਸਤੇ ਪਹੁੰਚਿਆ ਹੋਇਆ ਸੀ। ਉਹਨੇ ਖਲੋ ਕੇ ਕਾਹਲੀ ਦੇ ਵਿੱਚ ਹੀ ਬਚਨ ਕੀਤੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਦਰਸ਼ਨ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ, ਤੁਹਾਡੇ ਦਰਸ਼ਨ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ। ਐਵੇਂ ਕਹਿੰਦੇ ਵਾਰ-ਵਾਰ ਦਸਾਂ ਪਾਤਸ਼ਾਹੀਆਂ ਦਾ ਨਾਂ ਲੈ ਕੇ ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰਿਆ ਜੇ, ਆਪ ਜੀ ਦਿਆਲਤਾ ਕਰਕੇ ਜਿੱਥੇ ਵੀ ਦਾਸ ਪਹੁੰਚੇ ਆਪ ਸਹਾਈ ਹੋ ਜਾਇਆ ਜੇ। ਆਪ ਜੀ ਦੇ ਦੀਦਾਰ ਮੈਨੂੰ ਕਦੀ ਵਿਛੜ ਨਾ ਤੇ ਫਤਿਹ ਬੁਲਾ ਕੇ ਤੁਰ ਗਿਆ। ਮਹਾਰਾਜ ਕਿਤੇ ਸਾਡੇ ਤੇ ਵੀ ਇਹ ਬਖਸ਼ਿਸ਼ ਕਰ ਦੇਵੋ, ਸਾਡੇ ਤੇ ਰਹਿਮਤ ਕਰੋ। ਆਪ ਜੀ ਦੇ ਪਾਵਨ ਦੀਦਾਰ ਦੇ ਵਿੱਚੋਂ ਜਦੋਂ ਆਪ ਜੀ ਦੇ ਦਰਸ਼ਨ ਕਰੀਏ, ਦਸਾਂ ਸਰੂਪਾਂ ਦੇ ਦਰਸ਼ਨ ਆਪ ਜੀ ਦੇ ਵਿੱਚੋਂ ਸਾਨੂੰ ਹੋਣ ਲੱਗ ਪੈਣ, ਸਾਡੇ ਚਿੱਤ ਦੀ ਇੱਛਾ ਹੀ ਹੋਰ ਕੋਈ ਨਾ ਰਹਿ ਜਾਵੇ। ਮਹਾਰਾਜ ਕਿਉਂ? ਜਦੋਂ ਆਪ ਜੀ ਦੇ ਐਸੇ ਦੀਦਾਰ ਕਰ ਲਵਾਂਗੇ ਫਿਰ ਹੋਰ ਸਾਰੀਆਂ ਇੱਛਾਵਾਂ ਮੁੱਕ ਜਾਣਗੀਆਂ। ਆਪ ਜੀ ਦਾ ਧੰਨਵਾਦ ਹੈ ਕਿਰਪਾਲੂ ਜੀ। ਆਪ ਜੀ ਨੇ ਜਿੱਥੇ ਹਜ਼ੂਰੀ 'ਚ ਲਿਆਂਦਾ ਹੈ, ਉੱਥੇ ਜਿੱਥੇ ਵੀ ਰਹੀਏ ਆਪ ਜੀ ਦੀ ਸ਼ਰਨ ਚੋਂ ਬਾਰੇ ਨਾ ਹੋਈਏ ਜੀ। ਵੇਖੋ ਸਦਾ ਹਜੂਰ। ਮਹਾਰਾਜ ਇੱਕ ਹੋਰ ਰਹਿਮਤ ਕਰਿਆ ਜੇ, ਇਹ ਵੀ ਬੇਨਤੀ ਹੈ ਦਾਸ ਤੇ,
ਜਿੱਥੇ ਆਪ ਜੀ ਦੇ ਦੀਦਾਰ ਪ੍ਰਤੱਖ ਹੁਣ ਹੋ ਰਹੇ ਨੇ, ਕਿਰਪਾਲੂ ਜੀ ਇਹ ਕਿਰਪਾ ਰੱਖਿਆ ਜੇ ਮੈਂ ਜਿੱਥੇ ਬੈਠਾ ਹੋਵਾਂ ਮੈਨੂੰ ਐਵੇਂ ਲੱਗੇ ਆਪ ਜੀ ਦੀ ਹਾਜ਼ੂਰੀ ਹੈ। ਜਦੋਂ ਬੱਚੇ ਨੂੰ ਇਹ ਪਤਾ ਹੋਵੇ ਨਾ ਕਿ ਮਾਪੇ ਵੇਖ ਰਹੇ ਨੇ, ਬੱਚਾ ਕੋਈ ਵੀ ਗਲਤੀ ਨਹੀਂ ਕਰਦਾ। ਪਾਤਸ਼ਾਹ ਜੀ ਅਸੀਂ ਵੀ ਆਪ ਜੀ ਦੇ ਬੱਚੇ ਹੀ ਆਣਾ, ਆਪ ਜੀ ਦੇ ਧੀਆਂ ਪੁੱਤਰ ਹਾਂ। ਜਦੋਂ ਚਿੱਤ ਵਿੱਚ ਇਹ ਖਿਆਲ ਹੋਵੇਗਾ ਸਦ ਸੁਣਦਾ ਸਦ ਵੇਖਦਾ ਕਿ ਉਹ ਮੁੱਕਰ ਪਿਆ ਜਾਏ। ਉਹ ਪਰਮੇਸ਼ਰ ਵਾਹਿਗੁਰੂ ਮੇਰੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਨੂੰ ਸੁਣ ਵੀ ਰਹੇ ਨੇ ਤੇ ਵੇਖ ਵੀ ਰਹੇ ਨੇ। ਜਦੋਂ ਪਾਤਸ਼ਾਹ ਜੀ ਇਹ ਚਿੱਤ ਦੀ ਅਵਸਥਾ ਬਣ ਗਈ ਫਿਰ ਮੈਂ ਕੋ ਕਰਮਾਂ ਤੋਂ ਬਚ ਜਾਵਾਂਗਾ। ਭੈੜੇ ਕਰਮਾਂ ਵਾਲਾ ਹਾਂ, ਮੇਰੇ ਚਿੱਤ ਦੇ ਵਿੱਚ ਬੜੇ ਬੁਰੇ ਖਿਆਲ ਤੇ ਬੜੀ ਮਾੜੀ ਜਿਹੜੀ ਹੈ ਚਿੱਤ ਦੀ ਅਵਸਥਾ ਬਣੀ ਹੋਈ ਹੈ। ਕਾਰਨ ਕੀ ਹੈ ਪਾਤਸ਼ਾਹ ਜੀ? ਮੈਂ ਆਪ ਜੀ ਨੂੰ ਸਦਾ ਹਜ਼ੂਰ ਨਹੀਂ ਮੰਨਦਾ। ਮੇਰੇ ਚਿੱਤ ਦੀ ਇਹ ਅਵਸਥਾ ਅਜੇ ਬਣੀ ਨਹੀਂ, ਇਹ ਟਿਕਾ ਆਇਆ ਹੀ ਨਹੀਂ ਕਿ ਇਹ ਮੰਨ ਲਵਾਂ ਕਿ ਮੇਰਾ ਬਾਪੂ ਹਰ ਥਾਂ ਤੇ ਹੈ। ਕਹਿਣ ਲਈ ਤੇ ਮੈਂ ਪੜ੍ਹੀ ਜਾਂਦਾ ਹਾਂ ਕਿ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਮਹਾਰਾਜ ਮੇਰਾ ਤੋਤਾ ਰਟਣੀ ਨਾ ਕੇਵਲ ਬਣ ਕੇ ਰਹਿ ਜਾਵੇ। ਕਿਰਪਾ ਕਰਿਆ ਜੇ, ਰਹਿਮਤ ਕਰਿਆ ਜੇ, ਮੇਰੇ ਤੇ ਇਹ ਦਿਆਲਤਾ ਕਰ ਦਵੋ। ਮੈਨੂੰ ਜਿੱਥੇ ਵੀ ਜਾਵਾਂ ਐਵੇਂ ਲੱਗੇ ਆਪ ਜੀ ਦੀ ਹਾਜ਼ੂਰੀ ਹੈ। ਜਿਵੇਂ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਵੀ, ਉਹ ਵੀ ਸਿੰਘਾਂ ਨੂੰ ਇਹ ਬਚਨ ਕਿਹਾ ਕਰਦੇ, ਸਿੰਘੋ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ੂਰੀ ਮੰਨ ਕੇ ਚੱਲਣਾ ਹਰ ਥਾਂ ਤੇ। ਦੂਸਰਾ, ਸਿੰਘ ਨੇ ਸਿੰਘ ਤੋਂ ਕਦੀ ਵਾਸਤੇ ਪਰਦੇ ਵਿੱਚ ਨਹੀਂ ਰਹਿਣਾ, ਸਿੰਘ ਤੋਂ ਪਾਸੇ ਹੋ ਕਰਕੇ ਜੀਵਨ ਨਹੀਂ ਜਿਉਣਾ। ਸਿੰਘਾਂ ਦਾ ਜੀਵਨ ਸਿੰਘਾਂ ਦੇ ਵਿੱਚ ਹੀ ਬਤੀਤ ਹੋਵੇ। ਸੋ ਅਜਿਹੀ ਮਰਿਆਦਾ ਦਾ ਕਾਰਨ ਇਹ ਸੀ ਕਿ ਸਿੰਘ ਸਿੰਘ ਦੀ ਨਿਗਰਾਨੀ 'ਚ ਰਹੇਗਾ ਤੇ ਦੋਵਾਂ ਦਾ ਹੀ ਜੀਵਨ ਬਚਿਆ ਰਹੇਗਾ। ਮਹਾਰਾਜ ਸਾਡੇ ਤੇ ਦਿਆਲਤਾ ਕਰ ਦਵੋ। ਜਿੱਥੇ ਵੀ ਜਾਈਏ ਆਪ ਜੀ ਦੀ ਹਜ਼ੂਰੀ ਤੱਕੀਏ, ਆਪ ਜੀ ਦੀ ਹਜ਼ੂਰੀ ਤੋਂ ਬਾਹਰੇ ਹੋਈਏ ਨਾ ਜੇ। ਮਹਲਾ ਪੰਜਵਾ। ਪਤਤ ਪੁਨੀਤ ਅਸੰਖ ਹੋਏ। ਸੋ ਮਨ ਨੇ ਸਵਾਲ ਕਰ ਦਿੱਤਾ, ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਜੀ ਨੇ ਇਹ ਦਿਆਲਤਾ ਕੀਤੀ ਏ, ਆਪ ਜੀ ਨੇ ਬਖਸ਼ਿਸ਼ ਕਰਕੇ ਅਰਦਾਸ ਕਰਨ ਦੀ ਜਾਚ ਦੱਸੀ। ਇਹ ਭਲਾ ਇਹ ਵਾਲੀ ਅਰਦਾਸ ਦਾ ਫਾਇਦਾ ਕੀ ਹੈ? ਜਿਹੜਾ ਪਹਿਲਾ ਸ਼ਲੋਕ ਸਰਵਣ ਕੀਤਾ ਹੈ, ਕੀ ਸੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋ ਸਦਾ ਹਜੂਰ। ਮਹਾਰਾਜ ਇਹਦਾ ਭਲਾ ਫਾਇਦਾ ਕੀ ਹੋਵੇਗਾ? ਗੁਰਦੇਵ ਕਹਿੰਦੇ ਸਜਣਾ ਪਤਤ ਪੁਨੀਤ ਅਸੰਖ ਹੋਏ। ਕਹਿਣ ਲੱਗੇ ਤਾਂ ਤੈਨੂੰ ਕਿਹਾ ਇਹ ਅਰਦਾਸ ਤਾਂ ਤੂੰ ਕਰਿਆ ਕਰ ਪੁੱਤਰ, ਅਨੇਕਾਂ ਹੀ ਪਤਤ ਪਾਪੀ ਇਸ ਅਰਦਾਸ ਨੂੰ ਕਰਕੇ ਜਦੋਂ ਮੇਰੇ ਪਿਆਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਤੇਰੀ ਜੋਦੜੀ ਸੁਣ ਲਈ ਨਾ, ਜਦੋਂ ਆਪਣੇ ਦਰ ਦੀ ਸੇਵਾ ਚ ਲਾ ਦਿੱਤਾ, ਜਦੋਂ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੀਆਂ ਪਾਵਨ ਸੰਗਤਾਂ ਦੀ ਧੂੜੀ ਤੇਰੇ ਪਾਵਨ ਇਸ ਮਸਤਕ ਨਾਲ ਲੱਗ ਗਈ ਤੇ ਇਹ ਪਵਿੱਤਰ ਹੋ ਜਾਵੇਗਾ। ਪਵਿੱਤਰ ਇਹ ਧੂੜ ਇੰਨੀ ਬਖਸ਼ਿਸ਼ ਵਾਲੀ ਹੈ, ਇਹ ਪਾਪੀਆਂ ਦੇ ਪਾਪ ਨਾਸ ਕਰ ਦੇਣ ਵਾਲੀ ਹੈ। ਇਹ ਕਹੋ ਜੀ ਇੱਥੋਂ ਕੀ ਮਿਲੇਗਾ? ਕਹਿੰਦੇ ਨਾਮ ਸਿਮਰਨ ਅਭਿਆਸ ਮਿਲੇਗਾ। ਤੇ ਉਸ ਨਾਮ ਸਿਮਰਨ ਅਭਿਆਸ ਨਾਲ ਕੀ ਹੋਵੇਗਾ? ਅਨੇਕਾਂ ਹੀ ਪਾਪੀਆਂ ਦਾ ਉਧਾਰ ਹੋ ਜਾਵੇਗਾ, ਅਨੇਕਾਂ ਪਾਪੀਆਂ ਦਾ। ਤੇ ਕਈ ਮੇਰੇ ਵਰਗਿਆਂ ਨੂੰ ਇਹ ਹੰਕਾਰ ਚੜ ਗਿਆ ਕਿ ਮੈਂ ਤੇ ਭਗਤਾਂ, ਮੈਂ ਕਹਿਣ ਵਾਲਾ ਹਾਂ, ਭਲਾ ਮੈਂ ਵੀ ਪਾਪੀ ਹੋ ਸਕਦਾ ਹਾਂ। ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੀਏ ਆਪਾਂ, ਇਤਿਹਾਸ ਦੀ ਕਥਾ ਪੜ੍ਹਦੇ ਭਾਈ ਸਾਹਿਬ ਜੀ ਦੀਆਂ ਵਾਰਾਂ 'ਚ ਕਿ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਸਤਾਰਾ। ਸੋ ਅਜਾਮਲ ਜਿਹੜਾ ਭਾਈ ਉਹ ਕਥਾਵਾਚਕ ਹੈ, ਕਥਾਵਾਚਕ ਤੇ ਮਾੜਾ ਮੋਟਾ ਨਹੀਂ, ਬਾਦਸ਼ਾਹ ਦਾ ਹਜ਼ੂਰੀ ਗਿਆਨੀ ਹੈ, ਹਜ਼ੂਰੀ। ਪਰ ਪਰਮੇਸ਼ਰ ਦਾ ਭਾਣਾ ਵੇਸਵਾ ਦੇ ਦਿਵਾਰੇ ਨਾਲ ਅਜੇ ਹੀ ਪ੍ਰੀਤ ਲੱਗੇ। ਰਾਜ ਦਰਬਾਰ ਦੀ ਕਥਾ ਛੱਡ ਕੇ ਰਾਜੇ ਨੇ ਪੁੱਛ ਲਿਆ ਅਜਾਮਲ ਕਥਾ ਜਾਂ ਵੇਸਵਾ ਦਾ ਕੋਠਾ? ਕਹਿਣ ਲੱਗਾ ਕਥਾ ਛੱਡੀ, ਵੇਸਵਾ ਦਾ ਕੋਠਾ ਪ੍ਰਵਾਨ। ਧੰਨ ਪਰਮੇਸ਼ਰ ਵਾਹਿਗੁਰੂ ਆਧਾਰ ਕਰਨ ਤੇ ਆਇਆ। ਪੁੱਤਰ ਦਾ ਨਾਮ ਸੰਸਕਾਰ ਹੋਣ ਕਰਕੇ ਪੂਰਬਲੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਅੰਤ ਸਮੇਂ ਨਾਰਾਇਣ ਮਾਰਦਾ ਸੀ ਪੁੱਤ ਨੂੰ ਵਾਜਾਂ, ਪੁੱਤ ਤੇ ਬੌੜਿਆ ਨਾ, ਪਰ ਨਾਰਾਇਣ ਅਸਲੀ ਚੇਤੇ ਆ ਗਿਆ। ਅਸਲੀ ਜਦੋਂ ਉਹ ਨਾਰਾਇਣ ਚੇਤੇ ਆਇਆ ਨਾ,
ਤੇ ਪਰਮੇਸ਼ਰ ਵਾਹਿਗੁਰੂ ਨੇ ਉਧਾਰ ਕਰ ਦਿੱਤਾ। ਕਹਿਣ ਲੱਗੇ ਇਹ ਨਾਮ ਜਪਣ ਲਈ ਤਾਂ ਕਹਿੰਦੇ ਆ, ਵੇਖ ਅਜਾਮਲ ਪਾਪੀ ਵਰਗੇ ਤਰ ਗਏ, ਪਾਪੀ ਵਰਗੇ। ਫਿਰ ਹੋਰ ਬਚਨ ਕੀਤੇ, ਕਹਿਣ ਲੱਗੇ ਗਣਕਾ ਪਾਪਣ ਹੋਏ ਕ ਪਾਪਾਂ ਦਾ ਗਲ ਹਾਰ ਪਰੋਤਾ। ਗਣਕਾ ਵਰਗੀਆਂ ਪਾਪਣਾ ਜਿਹੜੇ ਅਨੇਕਾਂ ਪਾਪਾਂ ਨੂੰ ਕਰਨ ਵਾਲੀਆਂ, ਗਣਕਾ ਨਾਮ ਵੇਸਵਾ ਦਾ ਹੈ। ਸੋ ਉਹ ਵੇਸਵਾ ਦਾ ਵੀ ਉਧਾਰ ਪਰਮੇਸ਼ਰ ਵਾਹਿਗੁਰੂ ਨੇ ਕਰ ਦਿੱਤਾ। ਹੁਣ ਤੇ ਕਈ ਭਾਈ ਆਪਾਂ ਨੂੰ ਇਹ ਕਹਿੰਦੇ ਕਾਕਾ ਤੋਤਾ ਰਟਣ ਨਾ ਕਰਿਆ ਕਰ, ਤੋਤਾ ਰਟਣ। ਤੇ ਧੰਨ ਗੁਰੂ ਕਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਗੁਰਸਿੱਖੋ ਗੁਰੂ ਅੱਗੇ ਅਰਦਾਸ ਕਰੋ ਸਾਨੂੰ ਨਾਮ ਜਪਾ ਲਵੇ, ਕਿਸੇ ਤਰੀਕੇ ਨਾਲ ਜਪਾ ਲਵੇ। ਨਾਮ ਜਪਣ ਦੇ ਨਾਲ ਬਖਸ਼ਿਸ਼ ਹੁੰਦੀ ਹੈ। ਭਾਵੇਂ ਜਿਵੇਂ ਮਰਜ਼ੀ ਵੀ ਜਪੀ ਜਾ, ਗੁਰੂ ਕਿਰਪਾ ਕਰੇ ਤੇਰਾ ਨਿਤਨੇਮ ਛੁੱਟੇ ਨਾ। ਗੁਰੂ ਦਿਆਲਤਾ ਕਰੇ ਤੂੰ ਨਿਤਨੇਮ ਤੋਂ ਬਾਹਰ ਨਾ ਹੋ ਜਾਵੇਂ, ਤੇਰੇ ਚਿੱਤ 'ਚ ਸੰਸੇ ਤੇ ਸ਼ੰਕੇ ਨਾ ਰਹਿਣ। ਇਹ ਨਾਮ ਏਡਾ ਪਵਿੱਤਰ ਹੀ ਤੋਤਾ ਰਟਣ ਤੇ ਦੂਰ। ਜਿਹੜੀ ਤੋਤੇ ਨੂੰ ਰੱਟੇ ਮਰਾਉਂਦੀ ਸੀ ਉਹਦਾ ਉਧਾਰ ਹੋ ਗਿਆ, ਤੇਰਾ ਕਿਉਂ ਨਾ ਕਰੇਗਾ। ਵੱਡੇ ਵੱਡੇ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ ਨਾਮ ਹੈ। ਮਹਾਰਾਜ ਇਹ ਗੱਲਾਂ ਪੁਰਾਣੀਆਂ ਹੋ ਗਈਆਂ, ਕੋਈ ਨਵੀਂ ਉਰੇ ਦੀ ਗੱਲ ਦੱਸੋ। ਤੇ ਹੁਣ ਦਿਹਾੜੇ ਵੀ ਆ ਰਹੇ ਨੇ ਉਹਨਾਂ ਗੁਰਮੁਖ ਪਿਆਰਿਆਂ ਦੇ, ਤੇ ਦਾਸ ਨੂੰ ਦੋ ਗੁਰਮੁਖਾਂ ਦੇ ਜੀਵਨ ਦੇ ਬਚਨ ਚੇਤੇ ਆਏ। ਦੋ ਗੁਰਮੁਖਾਂ ਦੇ, ਭਾਈ ਦਲਬੀਰ ਸਿੰਘ ਜੀ ਅਭਿਆਸੀ ਤੇ ਭਾਈ ਰਛਾਲ ਸਿੰਘ ਜੀ ਆਰਫ ਕੇ। ਪਰਮੇਸ਼ਰ ਦੇ ਨਾਮ ਦੀ ਸ਼ਕਤੀ ਕੀ ਹੈ। ਭਾਈ ਦਲਬੀਰ ਸਿੰਘ ਅਭਿਆਸੀ ਨੇ ਜਿਸ ਦਿਨ ਸ੍ਰੀ ਮੁਕਤਸਰ ਸਾਹਿਬ ਮਹਾਂਪੁਰਖਾਂ ਦੀ ਕਥਾ ਸੁਣੀ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ, ਉਸ ਦਿਨ ਪਤਤ ਵੀ ਹੈ ਤੇ ਇਲਾਕੇ ਦਾ ਮੰਨਿਆ ਬਲੈਕੀਆ, ਮੰਨਿਆ ਬਲੈਕੀਆ ਕਿ ਇਹਦੇ ਨਾਲੋਂ ਵਧੀਆ ਬਲੈਕ ਕੋਈ ਨਹੀਂ ਕਰਦਾ। ਜੀਵਨ ਅਜਿਹਾ ਹੈ ਪਰ ਨਾਮ ਦੀਆਂ ਕਰਨਾ ਹਿਰਦੇ 'ਚ ਵਸੀਆਂ। ਮਹਾਂਪੁਰਖਾਂ ਦੇ ਪਾਸ ਆਏ ਜੋ ਸਿੰਘ ਸਾਹਿਬ ਜਸਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਗੁਰਮੁਖਾਂ ਨੇ ਜਿਹੜੀ ਕਥਾ ਦੱਸੀ, ਕਹਿਣ ਲੱਗੇ ਮਹਾਂਪੁਰਖਾਂ ਦੇ ਪਾਸ ਆ ਗਏ। ਕਹਿੰਦੇ ਜਿੱਥੇ ਬੱਸ ਲੱਗੀ ਸੀ ਸਾਡੀ ਲਾਗੇ ਆਣ ਕੇ ਖਲੋ ਗਏ। ਕਹਿੰਦੇ ਮੈਨੂੰ ਬਾਬੇ ਨਾਲ ਮੇਰੀ ਗੱਲ ਕਰਾਓ। ਕਹਿਣ ਲੱਗੇ ਸਿੰਘਾਂ ਨੇ ਕਿਹਾ ਵੀ ਤੇਰੇ ਵਰਗਿਆਂ ਨੂੰ ਮਹਾਂਪੁਰਖ ਨਹੀਂ ਮਿਲਦੇ, ਤੂੰ ਚਲਾ ਜਾ ਇੱਥੋਂ। ਕਹਿੰਦੇ ਜੀ ਜਾਣਾ ਕਿੱਥੇ ਇਹਨਾਂ ਨੇ। ਕਹਿੰਦੇ ਫਲਾਣੇ ਸਿੰਘਾਂ ਦੇ ਬਾਗ ਵਿੱਚ ਜਾ ਕਰਕੇ ਆਸਨ ਕਰਨਾ। ਸਾਰਿਆਂ ਤੋਂ ਅੱਖ ਬਚਾ ਕੇ ਬੱਸ ਦੇ ਉੱਤੇ ਜਾ ਕੇ ਬੈਠ ਗਏ। ਜਦੋਂ ਮਹਾਂਪੁਰਖ ਉੱਥੇ ਬਾਗ 'ਚ ਪਹੁੰਚੇ ਤੇ ਫਿਰ ਉਤਰ ਕੇ ਥੱਲੇ ਸਭ ਨੂੰ ਪਹਿਲਾਂ ਖਲੋ ਗਏ। ਫਿਰ ਬੱਸ ਦੀ ਬਾਰੀ ਲਾਗੇ ਆ ਗਏ। ਕਹਿਣ ਲੱਗੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ, ਉਸ ਸਮੇਂ ਭਾਈ ਜਰਨੈਲ ਸਿੰਘ ਜੀ ਅਭਿਆਸੀ ਕਰਕੇ ਮਹਾਂਪੁਰਖਾਂ ਦਾ ਨਾਮ ਜਥੇ ਦੇ ਸਿੰਘ ਜਾਣਦੇ ਸਨ। ਫਿਰ ਜਥੇ ਦੇ ਸਿੰਘਾਂ ਨੂੰ ਮਿਲ ਪਏ। ਕਹਿਣ ਲੱਗੇ ਮੈਨੂੰ ਮਿਲਾਓ ਮਹਾਂਪੁਰਖਾਂ ਨਾਲ। ਕਹਿੰਦੇ ਇਸ ਬਾਬੇ ਨਾਲ ਮਿਲਣਾ ਮੈਂ। ਕਹਿਣ ਲੱਗੇ ਤੈਨੂੰ ਦੱਸਿਆ ਸੀ ਤੇਰੇ ਵਰਗਿਆਂ ਨੂੰ ਨਹੀਂ ਮਿਲਦੇ। ਕਹਿਣ ਲੱਗੇ ਭਾ ਐਵੇਂ ਗੱਲਾਂ ਨਾ ਕਰੀ ਜਾਓ, ਜਿਹੜਾ ਤੁਹਾਡੇ 'ਚੋਂ ਸੰਤਾਂ ਨਾਲ ਗੱਲ ਕਰ ਸਕਦਾ ਉਹਦੇ ਬਾਰੇ ਦੱਸੋ। ਸੋ ਉਸ ਸਮੇਂ ਕਹਿੰਦੇ ਬਾਬਾ ਜਰਨੈਲ ਸਿੰਘ ਜੀ ਜਿਸ ਬਾਰੀ ਕੋਲ ਭਾਈ ਦਲਬੀਰ ਸਿੰਘ ਅਭਿਆਸੀ ਖਲੋਤਾ ਸੀ ਉਧਰ ਦੀ ਉਤਰੇ। ਇਹਦੀ ਬਾਂਹ ਸੋ ਵੇਖ ਕਰਕੇ ਕਹਿੰਦੇ ਕੌਣ ਹੈ। ਸਿੰਘਾਂ ਕਿਹਾ ਜੀ ਇਹ ਮਹਾਂਪੁਰਖਾਂ ਨੂੰ ਮਿਲਣਾ ਚਾਹੁੰਦਾ ਹੈ। ਕਹਿੰਦੇ ਭਾਈ ਕਿਉਂ ਮਿਲਣਾ ਤੂੰ। ਕਹਿੰਦਾ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ। ਤੇ ਬਾਂਹ ਫੜ ਲਈ ਹੱਥ 'ਚ। ਕਹਿੰਦੇ ਬੰਦਾ ਤੇ ਰੱਖਣੀ ਵਾਲਾ ਹੈ। ਸੋ ਇੰਨੇ ਚਿਰ ਨੂੰ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਅਗਲੀ ਬਾਰੀ 'ਚ ਉਤਰੇ। ਵੇਖ ਕੇ ਬਚਨ ਕੀਤੇ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਏ। ਸੋ ਸਿੰਘ ਬੜੇ ਹੈਰਾਨ ਹੋਏ ਕਿ ਮੂੰਹ ਸਿਰੋਂ ਮੁੰਨਿਆ ਹੋਇਆ ਏ, ਕੋਈ ਬਹੁਤੇ ਇਹਦੇ ਚੰਗੇ ਸੰਸਕਾਰ ਨਹੀਂ ਲੱਗਦੇ। ਮਹਾਂਪੁਰਖ ਕੀ ਕਹੀ ਜਾਂਦੇ ਨੇ। ਉਸ ਸਮੇਂ ਨਾਲ ਬਚਨ ਕਰ ਦਿੱਤਾ। ਕਹਿਣ ਲੱਗੇ ਸਿੰਘੋ ਕੋਇਲ ਆਪਣੇ ਜਿਹੜੇ ਬੱਚੇ ਨੇ ਉਹ ਕਾਂ ਦੇ ਆਲਣੇ 'ਚ ਕੱਢਦੀ ਹੈ, ਪਰ ਜਦੋਂ ਉਹ ਆਵਾਜ਼ ਸੁਣ ਲੈਂਦੇ ਨੇ ਆਪਣੀ ਮਾਂ ਦੀ ਤੇ ਵਾਪਸ ਉੱਡ ਕਰਕੇ ਆਪਣੇ ਹੀ ਡਾਰ ਦੇ ਵਿੱਚ ਆਣ ਕੇ ਰਲ ਜਾਂਦੇ ਨੇ। ਉਹ ਘਰ 'ਚ ਨਹੀਂ ਬੈਠੇ ਰਹਿੰਦੇ। ਇਵੇਂ ਹੀ ਭਾਈ ਇਹ ਜਿਹੜਾ ਸਿੰਘ ਆਇਆ ਇਹਦਾ ਜੀਵਨ ਵੀ ਐਸਾ ਹੀ ਹੋਵੇਗਾ। ਮਹਾਂਪੁਰਖਾਂ ਪਾਸ ਕਹਿਣ ਲੱਗੇ ਚੰਗਾ ਅਭਿਆਸੀ ਫਿਰ ਸੰਥਿਆ ਵੀ ਤੂੰ ਹੀ ਕਰਵਾ ਦਈ। ਸੰਥਿਆ ਆਰੰਭ ਕਰਵਾ ਦਿੱਤੇ। ਜਪਜੀ ਸਾਹਿਬ ਦੀ ਸੰਥਿਆ ਹੋਈ। ਬਚਨ ਕਰ ਦਿੱਤੇ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ। ਕਹਿੰਦੇ ਚੰਗਾ ਫਿਰ ਭਾਈ ਦਲਬੀਰ ਸਿੰਘ ਇਹਦਾ ਅਭਿਆਸ ਕਰੀ ਜਾ ਵੱਧ ਤੋਂ ਵੱਧ। ਉਹ ਇਹੋ ਜਿਹੀ ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਪ੍ਰੀਤ ਬਣੀ। ਭਾਈ ਦਲਬੀਰ ਸਿੰਘ ਜੀ ਇਸ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਦੁੱਖ ਭੰਜਣੀ ਬੇਰ ਸਾਹਿਬ ਸਰੋਵਰ 'ਚ ਖਲੋ ਕਰਕੇ 101 ਪਾਠ ਸ੍ਰੀ ਜਪੁ ਸਾਹਿਬ ਜੀ ਦਾ ਹਰ ਰੋਜ਼ ਕਰਦੇ ਨੇ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਐਸੇ ਅਭਿਆਸ ਵਾਲੇ ਮਹਾਂਪੁਰਖ ਬਣ ਗਏ। ਇਹ ਨਾਮ ਦੀ ਪ੍ਰੀਤੀ ਕਰਕੇ ਗੁਰੂ ਕੇ ਚਰਨਾਂ 'ਚ ਸੀਸ ਭੇਟਾ ਕੀਤਾ। ਇਸੇ ਤਰੀਕੇ ਦੇ ਨਾਲ ਸੋ ਆਰਫ ਕੇ ਨਗਰ ਦਾ ਸ਼ਰਾਬੀ ਸਿੰਘ ਜਿਹਦਾ ਨਾਮ ਹੈ ਰਸਾਲ ਸਿੰਘ, ਮਹਾਂਪੁਰਖ ਤੁਰੇ ਆਉਣ। ਬਾਬਾ ਜਰਨੈਲ ਸਿੰਘ ਜੀ ਜਥੇਦਾਰ ਮੁਖੀ ਹੰਟਕ ਸਾਲ ਦੇ, ਸੋ ਤੁਰਿਆਂ ਆਉਂਦਿਆਂ ਨੂੰ ਵੇਖ ਕਰਕੇ ਕਹਿਣ ਲੱਗਾ, ਕਹਿੰਦਾ ਸਾਦਾ ਬੜਾ ਵੇਰਿਆ ਫਿਰਦਾ, ਮੇਰੇ ਨਾਲ ਪੰਜਾ ਲੜਾਉਣਾ ਹੀ ਪੰਜਾ। ਨਾਲ ਦੇ ਸਿੰਘ ਘੂਰਨ ਲੱਗੇ ਇਸ ਨੂੰ। ਮਹਾਂਪੁਰਖ ਕਹਿੰਦੇ ਕੋਈ ਨਹੀਂ ਭਰਾ, ਤੇਰੇ ਨਾਲ ਪੰਜਾ ਲੜਾਉਣ ਵਾਲਾ ਹੀ ਲੜਾਵੇਗਾ, ਅਸੀਂ ਕਿੱਥੋਂ ਲੜਾਉਣਾ। ਪਰਮੇਸ਼ਰ ਜਾਣੇ ਕੀ ਅਵਸਥਾ ਬਣੀ। ਰਾਤ ਮਹਾਂਪੁਰਖਾਂ ਦਾ ਡੇਰਾ ਇੱਥੇ ਆਰਫ ਕੇ ਨਗਰ ਦੇ ਬਾਹਰ ਬਾਪੂ ਜਗੀਰ ਸਿੰਘ ਦੇ ਘਰੇ ਸੀ ਤੇ ਸਵੇਰੇ ਮਨੇਰ ਸਾਰਾ ਆਣ ਕੇ ਉਹਦਾ ਦਰਵਾਜ਼ਾ ਖੜਕਾਉਣ ਲੱਗ ਪਿਆ। ਸੋ ਆਵਾਜ਼ ਦਿੱਤੀ। ਬਾਪੂ ਜਗੀਰ ਸਿੰਘ ਹੁਣੀ ਦੱਸਦੇ ਸਨ, ਮੈਂ ਬਾਹਰ ਗਿਆ, ਮੈਂ ਪੁੱਛਿਆ ਕਿ ਕਿਵੇਂ ਕਿੱਧਰ ਆਇਆ, ਰਾਤੀ ਕੁੱਟ ਤੋਂ ਬਚ ਗਿਆ, ਹੁਣ ਕੁੱਟ ਖਾ ਕੇ ਜਾਣਾ ਇੱਥੋਂ। ਕਹਿਣ ਲੱਗਾ ਨਹੀਂ, ਇੱਕ ਵਾਰੀ ਜਿਹੜਾ ਤੇਰੇ ਘਰ ਸਾਧ ਟਿਕਿਆ ਹੋਇਆ ਉਹਦੇ ਨਾਲ ਮਿਲਾ ਦੇ। ਮਹਾਂਪੁਰਖਾਂ ਨੂੰ ਜਾ ਕੇ ਦੱਸਿਆ, ਕਹਿੰਦੇ ਰਾਤ ਵਾਲਾ ਆਇਆ। ਮਹਾਂਪੁਰਖ ਕਹਿੰਦੇ ਅਸੀਂ ਤੇ ਰਾਤ ਦਾ ਉਡੀਕਦੇ ਸਾਂ, ਹੁਣ ਪਹੁੰਚਿਆ ਇਹ। ਕਹਿੰਦੇ ਬਿਠਾ ਲਓ, ਨਿਤਨੇਮ ਤੋਂ ਬਾਅਦ ਇਸ ਨੂੰ ਮਿਲਦੇ ਹਾਂ। ਨਿਤਨੇਮ ਤੋਂ ਉਪਰੰਤ ਮਿਲ ਕੇ ਪੁੱਛਿਆ, ਕਹਿੰਦੇ ਹਾਂ ਕੀ ਚਾਹੁੰਦਾ। ਕਹਿੰਦਾ ਬਾਬਾ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ। ਕਹਿਣ ਲੱਗੇ ਸਾਡੇ ਨਾਲ ਰਹਿਣ ਵਾਸਤੇ ਕੇਸ ਰੱਖਣੇ ਪੈਣਗੇ ਤੇ ਸ਼ਰਾਬ ਛੱਡਣੀ ਪਵੇਗੀ। ਕਹਿੰਦਾ ਘਰੋਂ ਸੋਚ ਕੇ ਤੁਰਿਆ ਹੈ ਕਿ ਇਹ ਦੋਵੇਂ ਚੀਜ਼ਾਂ ਤੂੰ ਕਰਵਾਵੇਂਗਾ। ਕਹਿੰਦੇ ਚੰਗਾ ਮਹਾਂਪੁਰਖੋ, ਜਿਵੇਂ ਕਹੋਗੇ ਉਵੇਂ ਚੱਲਾਂਗਾ। ਉਸ ਗੁਰੂ ਕੇ ਲਾਲ ਨੇ ਜਿਸ ਅਸਥਾਨ ਤੇ ਆਪ ਜੀ ਹਾਜ਼ਰੀ ਭਰ ਰਹੇ ਹੋ, ਕੱਲੀ ਝੂਠ ਪੁਣਾ ਨਹੀਂ ਤਿਆਗਿਆ ਸੰਸਾਰ ਦਾ। ਭਾਈ ਇਸ ਦਰ ਦੇ ਉੱਤੇ ਸੀਸ ਭੇਟਾ ਕਰਕੇ ਜਿਸ ਬਾਹੀ ਤੇ ਆਪਾਂ ਬੈਠੇ ਹਾਂ, ਇਸ ਬਾਹੀ ਵਾਲੇ ਪਾਸੇ ਭਾਈ ਮਹਾਂਕਾਲ ਸਿੰਘ ਤੇ ਭਾਈ ਰਸਾਲ ਸਿੰਘ ਆਰਫ ਕੇ ਵਾਲੇ ਗੁਰਮੁਖ ਪਿਆਰਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਮਾਉਂਦਿਆਂ ਹੋਇਆਂ। ਇਸ ਕਰਕੇ ਗੁਰਸਿੱਖਾ ਇਸ ਨਾਮ ਨਾਲ ਜੁੜ, ਇਹ ਅਨੇਕਾਂ ਪਤਤਾਂ ਨੂੰ ਪਨੀਤ ਪਵਿੱਤਰ ਕਰਨ ਵਾਲਾ ਹੈ। ਤੇਰੇ ਤੇ ਵੀ ਕਿਰਪਾ ਕਰ ਦਵੇਗਾ ਜੀ। ਅਸੰਖ ਕਿੰਨਿਆਂ ਦੀ ਗਿਣਤੀ ਕਰੀਏ ਜੀ। ਹਰ ਚਰਣੀ ਮਨ ਲਾਗ, ਜਿਨ੍ਹਾਂ ਦਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਮਨ ਲੱਗ ਜਾਵੇ, ਉਹ ਪਨੀਤ ਪਵਿੱਤਰ ਹੋ ਜਾਂਦੇ ਹਨ। ਕਿੰਨੇ ਪਵਿੱਤਰ? ਪਵਿੱਤਰ 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 ਪਨੀਤ। 3 ਵਾਰੀ ਪਵਿੱਤਰ ਕਹੀਏ ਤੇ ਇੱਕ ਪਨੀਤ ਬਣਦਾ। ਇੰਨੀ ਪਵਿੱਤਰਤਾ ਇਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਮਿਲ ਜਾਂਦੀ ਏ। ਇਹ ਅਰਦਾਸਾਂ ਕਰਨ ਦੇ ਨਾਲ ਹੋ ਜਾਵੇਗਾ। 68 ਤੀਰਥ ਨਾਮ ਪ੍ਰਭ। ਮਹਾਰਾਜ ਜੀ ਮੈਂ ਸੁਣਿਆ ਸੀ ਕਿ 68 ਤੀਰਥ 68 ਤੀਰਥਾਂ ਤੇ ਨਹਾਈਏ ਤੇ ਫਿਰ ਪਵਿੱਤਰ ਹੋਈਦਾ, ਫਿਰ ਪਨੀਤ ਹੋਈਦਾ। ਆ ਤੁਸੀਂ ਨਾਮ ਵਾਲੀ ਗੱਲ ਦੱਸ ਦਿੱਤੀ ਤੇ ਮੇਰਾ ਚਿੱਤ ਭਲੇਖੇ 'ਚ ਪੈ ਗਿਆ ਕਿ 68 ਤੀਰਥ ਪਵਿੱਤਰ ਜਾਂ ਆਪ ਜੀ ਦਾ ਨਾਮ। ਤੇ ਗੁਰਦੇਵ ਕਹਿੰਦੇ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ 68 ਤੀਰਥਾਂ ਦਾ ਮਹਾਤਮ ਦੇਣ ਵਾਲਾ। ਜਿਵੇਂ ਭਗਤਮਾਲਾ ਦੇ ਵਿੱਚ ਕਥਾ ਆਉਂਦੀ ਹੈ ਕਿ ਕੋਈ ਗੁਰਮੁਖ ਪਿਆਰਾ ਗੰਗਾ ਦਾ ਇਸ਼ਨਾਨੀ ਸੀ ਤੇ ਉਹਨੇ ਨੇਮ ਬਣਾ ਲਿਆ ਕਿ ਪ੍ਰਸ਼ਾਦਾ ਵੀ ਉਹਦੇ ਕੋਲੋਂ ਛਕਣਾ ਹੈ ਜਿਹੜਾ ਗੰਗਾ ਦਾ ਰੋਜ਼ ਇਸ਼ਨਾਨ ਕਰਦਾ ਹੋਵੇ। ਇੱਕ ਗੁਰਮੁਖ ਸਨ ਭਗਤ ਜਨ, ਉਹ ਗੰਗਾ ਦੇ ਕੰਢੇ ਕੁਟੀਆ ਬਣਾ ਕੇ ਬੈਠੇ ਹੋਏ ਸਨ। ਸੰਤ ਉਹਨਾਂ ਦੇ ਪਾਸ ਰਿਹਾ, ਉਹਨਾਂ ਦੀ ਕੁਟੀਆ ਤੇ ਮਨ 'ਚ ਵਿਚਾਰ ਕਰਦਾ ਏ ਤੇ ਰੋਜ਼ ਹੀ ਗੰਗਾ ਤੇ ਨਹਾਉਂਦੇ ਹੁਣੇ ਨੇ। ਉਹਨਾਂ ਪਾਸੋਂ ਪ੍ਰਸ਼ਾਦਾ ਛਕਿਆ। ਕਹਿਣ ਲੱਗਾ ਜੀ ਤੁਹਾਨੂੰ ਤੇ ਬੜਾ ਆਨੰਦ ਹੈ, ਤੁਸੀਂ ਗੰਗਾ ਤੇ ਰੋਜ਼ ਇਸ਼ਨਾਨ ਕਰਦੇ ਹੋਵੋਗੇ। ਕਹਿੰਦੇ ਨਹੀਂ ਭਾਈ, ਅਸੀਂ ਤੇ ਕਦੀ ਗੰਗਾ 'ਚ ਇਸ਼ਨਾਨ ਕੀਤਾ ਨਹੀਂ। ਆ ਬਾਹਰ ਹੀ ਤਲਾਅ ਜਿਹਾ ਛੱਪੜ ਜਿਹਾ, ਇਹਦੇ 'ਚੋਂ ਨਹਾ ਲਈਦਾ। ਕਦੀ ਵਿਚਾਰ ਹੀ ਨਹੀਂ ਆਈ ਕਿ ਗੰਗਾ 'ਚ ਵੀ ਨਹਾਉਣਾ ਚਾਹੀਦਾ। ਕਹਿਣ ਲੱਗਾ ਤੁਹਾਡਾ ਬੇੜਾ ਬਹਿ ਜੇ, ਬੜਾ ਮਾੜਾ ਕੀਤਾ ਜੇ। ਮੇਰਾ ਤੇ ਸਾਰਾ ਹੀ ਧਰਮ ਭ੍ਰਸ਼ਟ ਕਰ ਸੁੱਟਿਆ ਜੇ। ਮੈਂ ਤੇ ਗੰਗਾ ਤੋਂ ਜਿਹੜਾ ਇਸ਼ਨਾਨ ਨਾ ਕਰੇ ਉਹਦੇ ਘਰੋਂ ਖਾਂਦਾ ਹੀ ਕੱਖ ਨਹੀਂ ਸਾਂ। ਕਹਿੰਦੇ ਭਾਈ ਫਿਰ ਤੂੰ ਸਾਨੂੰ ਪਹਿਲਾਂ ਪੁੱਛ ਲੈਂਦਾ, ਹੁਣ ਤੇ ਜੋ ਹੋਣਾ ਸੀ ਹੋ ਗਿਆ। ਮਨ 'ਚ ਬੜੀ ਚਿੰਤਾ। ਕਹਿੰਦੇ ਜਿਸ ਸਮੇਂ ਸਵੇਰੇ ਉੱਠਿਆ ਤੇ ਇੱਕ ਗਊ ਆਈ ਹੈ, ਗਊ ਕਾਲੇ ਜਿਹੇ ਰੰਗ ਦੀ, ਤੇ ਉਹਨੇ ਆਣ ਕਰਕੇ ਉਹ ਸਾਧ ਦੀ ਉਹ ਛਪੜੀ 'ਚੋਂ ਲੰਘੀ ਤੇ ਉਹ ਚਿੱਟੀ ਹੋ ਗਈ। ਜਾ ਕੇ ਕਹਿੰਦੇ ਅਗਾਂਹ ਹੋ ਕੇ ਪੁੱਛਣ ਲੱਗਾ। ਕਹਿਣ ਲੱਗਾ ਤੂੰ ਕੌਣ? ਕਹਿਣ ਲੱਗੀ ਮੈਂ ਗੰਗਾ ਹਾਂ। ਅੱਛਾ ਤੂੰ ਇੱਥੇ ਕੀ ਕਰਨਾ ਆਈ? ਕਹਿੰਦੇ ਜਿਹੜੇ ਤੇਰੇ ਵਰਗੇ ਪਾਪੀ ਪਾਪ ਮੇਰੇ ਚ ਲਾਹ ਆਉਂਦੇ ਨੇ ਨਾ, ਉਹ ਮੈਂ ਇੱਥੇ ਮਹਾਤਮਾ ਦੀ ਇਸ ਤਲਾਅ 'ਚੋਂ ਆਣ ਕਰਕੇ ਉਹ ਧੋ ਕਰਕੇ ਲੈ ਜਾਂਦੀ। 68 ਤੀਰਥ ਸਾਧ ਪੱਗ ਧਰੇ। ਜਿੱਥੇ ਸਾਧੂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਚਰਨ ਧਰ ਜਾਣ,
ਉਹ ਧਰਤੀ ਵੀ 68 ਤੀਰਥਾਂ ਦੇ ਤੁਲ ਹੋ ਜਾਂਦੀ ਹੈ। ਕਿਉਂ ਜੀ? ਉਹ ਪਰਮੇਸ਼ਰ ਦਾ ਨਾਮ ਜਪਦੇ ਹਨ। ਇਹ ਨਾਮ ਜਪਣੇ ਦੀ ਸ਼ਕਤੀ ਹੈ। ਇਸ ਕਰਕੇ ਗੁਰਦੇਵ ਕਹਿੰਦੇ 68 ਤੀਰਥ ਨਾਮ ਪ੍ਰਭ। ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ ਗੁਰਸਿੱਖਾ, ਇਹ ਨਾਮ ਹੀ 68 ਤੀਰਥਾਂ ਦੇ ਤੁਲ ਹੈ। ਅਥਵਾ ਨਾਮ ਜਿਹੜਾ ਹੈ ਉਹਨੂੰ ਤੁਲ ਕਹਿਣਾ ਵੀ ਮੇਰੇ ਵਰਗੇ ਦੀ ਬੇਵਕੂਫੀ। 68 ਤੀਰਥ ਪਰਮੇਸ਼ਰ ਵਾਹਿਗੁਰੂ ਦੇ ਨਾਮ ਕਰਕੇ ਹੀ ਫਲ ਰਹੇ ਹਨ। ਉਸ ਤਰ੍ਹਾਂ ਉਹਨਾਂ ਦੀ ਕੀ ਔਕਾਤ ਹੈ ਜੇ। ਜਿਸ ਨਾਨਕ ਮਸਤਕ ਭਾਗ। ਤੇ ਮਹਾਰਾਜ ਜਪਦੇ ਕੌਣ ਨੇ? ਕਹਿੰਦੇ ਜਿਨ੍ਹਾਂ ਦੇ ਧੁਰੋਂ ਮਸਤਕ ਤੇ ਪਰਮੇਸ਼ਰ ਵਾਹਿਗੁਰੂ ਨੇ ਇਹ ਭਾਗ ਲਿਖੇ ਹੋਏ ਹਨ। ਵਡਭਾਗੀ ਜਿਹੜੇ ਨੇ ਉਹਨਾਂ ਨੇ ਨਾਮ ਜਪਿਆ ਜੇ। ਪੌੜੀ। ਸੋ ਪੌੜੀ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਨਿਤ ਜਪੀਐ ਸਾਸ ਗਿਰਾਸ। ਸੋ ਮਹਾਰਾਜ ਕਿੰਨਾ ਕੁ ਚਿਰ ਜਪਿਆ ਕਰੀਏ? ਕਹਿੰਦੇ ਭਾਈ ਆਉਂਦੇ ਜਾਂਦੇ ਸਾਹਾਂ ਦੁਆਰਾ ਪਰਮੇਸ਼ਰ ਦਾ ਨਾਮ ਜਪ। ਸਾਸ ਕਹਿੰਦੇ ਨੇ ਜਿਹੜਾ ਸਾਹ। ਸੋ ਭਾਈ ਅਸੀਂ ਬਾਹਰ ਨੂੰ ਛੱਡਦੇ ਹਾਂ, ਗਰਾਸ ਜਿਹੜਾ ਅੰਦਰ ਨੂੰ ਖੜਦੇ ਹਾਂ। ਕਈ ਗੁਰਮੁਖ ਪਿਆਰੇ ਕਹਿੰਦੇ ਜੀ ਇੱਕ ਸਾਹ 'ਚ ਇੱਕ ਵਾਰੀ ਵਾਹਿਗੁਰੂ ਕਹੋ। ਗੁਰਸਿੱਖੋ ਪੁਣਾ ਪੁਣਾ ਜਿੰਨੀ ਵਾਰੀ ਮਰਜ਼ੀ ਕਿਹਾ ਜਾਵੇ, ਵਾਹਿਗੁਰੂ ਕਹਿਣ ਦਾ ਮਹਾਤਮ ਹੈ। ਵਾਹਿਗੁਰੂ ਨਾਮ ਹੈ, ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ। ਜਿੰਨਾ ਵੱਧ ਕਹਿ ਲਵਾਂਗੇ, ਜਿਵੇਂ ਬੀਬੀਆਂ ਕੱਪੜਾ ਧੋਂਦੀਆਂ ਨੇ, ਨਾਮ ਹੈ ਕਿ ਭਾਈ ਅਸਲੀ ਸਾਬਣ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਜਿਹਨੂੰ ਆਪਾਂ ਪੜ੍ਹਦੇ ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕਾ ਰੰਗ। ਤੇ ਜਿੰਨਾ ਸਾਬਣ ਵੱਧ ਘਸਾਵਾਂਗੇ ਓਨੀ ਮੈਲ ਬਹੁਤੀ ਲੱਥ ਜਾਵੇਗੀ ਨਾ। ਜੇ ਭਲਾ ਹੌਲੀ ਹੌਲੀ ਲਾਈ ਜਾਈਏ ਤੇ ਲੱਥੇਗੀ ਜ਼ਰੂਰ, ਪਰ ਸਮਾਂ ਵਧੇਰੇ ਲੱਗੇਗਾ। ਇਸ ਕਰਕੇ ਜਿੰਨਾ ਵੱਧ ਤੋਂ ਵੱਧ ਇਸ ਰਸਨਾ ਦੁਆਰਾ ਵਾਹਿਗੁਰੂ ਦਾ ਮੰਤਰ ਨਾਮ ਜਪਿਆ ਜਾਵੇ ਓਨਾ ਹੀ ਚੰਗਾ। ਓਨੀ ਇਹ ਰਸਨਾ ਜਿਹੜੀ ਇਹ ਪਵਿੱਤਰ ਹੋ ਜਾਵੇਗੀ। ਇਹ ਰਸਨਾ ਕਰਦੀ ਕੀ ਹੈ ਜੀ? ਨਾਮ ਜਪਣ ਨਾਲ ਕੀ ਹੋਵੇਗਾ? ਤੇ ਗੁਰੂ ਕੇ ਪਿਆਰੇ ਭਗਤਾਂ ਨੇ ਸਾਨੂੰ ਦਰਸਾਇਆ ਗੁਰਬਾਣੀ ਦੁਆਰਾ। ਮਨ ਮੇਰੋ ਗਜ ਜਿਹਬਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ। ਕਹਿਣ ਲੱਗੇ ਭਾਈ ਇਹ ਜਿਹੜਾ ਮੇਰਾ ਮਨ ਹੈ ਨਾ, ਇਹਨੂੰ ਬਣਾ ਲਾ ਗਜ। ਤੇ ਇਹ ਜਿਹੜੀ ਫਾਹੀ ਪਈ ਨਾ ਗਲ 'ਚ ਜਮਾਂ ਦੀ, ਜੇ ਇਹਨੂੰ ਕੱਟਣਾ ਚਾਹੁੰਦਾ ਹੈ ਤੇ ਜ਼ਬਾਨ ਨੂੰ ਕੈਂਚੀ ਬਣਾ। ਕੈਂਚੀ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਣਾ ਨਾ, ਮਨ ਦੇ ਫੀਤੇ ਮਾਰੀ ਜਾ। ਫੀਤੇ ਜਿਹੜੇ ਸੰਕਲਪ ਤੇ ਵਿਕਲਪ ਕਰਦਾ ਨਾ, ਇਹ ਮਾਣੀਏ ਜਿਨਨੇ ਸਲਾਹ ਦਿੱਤੀ ਸੀ ਸਿੱਖਾ ਗੁਰੂ ਕੀ ਸੰਗਤ 'ਚ ਜਾਇਆ ਕਰ ਤੇਰਾ ਭਲਾ ਹੋ ਜਾਵੇ। ਇਹ ਜਿਹੜਾ ਗਜ ਮਾਰਿਆ ਨਾ ਗਜ, ਇਹਨੂੰ ਪੱਕਾ ਕਰ ਲੈ। ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰ, ਇਹ ਜਮਾਂ ਦੀ ਫਾਹੀ ਕੱਟੀ ਜਾਵੇਗੀ, ਰਵੇਗੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਿਤਾ ਪ੍ਰਤੀ ਆਉਂਦੇ ਜਾਂਦੇ ਸਾਹਾਂ ਦੁਆਰਾ ਵੱਧ ਤੋਂ ਵੱਧ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਭਗਤੀ ਕਰ। ਨਾਉ ਪਰਵਦਗਾਰ ਦਾ। ਉਹ ਜਿਹੜਾ ਪਾਲਣਹਾਰਾ ਪਰਮੇਸ਼ਰ ਵਾਹਿਗੁਰੂ, ਕਿਹਦਾ ਨਾਮ ਜਪਣਾ ਹੈ? ਇੱਥੇ ਕਿਸੇ ਭਾਈ ਮੜੀ ਤੇ ਮੱਟ ਦਾ ਨਾਂ ਨਹੀਂ, ਆ ਨਾਂਗੇ ਸ਼ਾਹ ਮੰਗੇ ਸ਼ਾਹ ਦਾ ਨਾਮ ਨਹੀਂ। ਜਿਹੜਾ ਗੁਰਸਿੱਖਾ ਤੇਰੀ ਪਾਲਣਾ ਕਰ ਰਿਹਾ ਹੈ। ਕਿਹੜਾ? ਮਾਤ ਗਰਭ ਮਹਿ ਆਪਣ ਸਿਮਰਨ ਦੇਹ ਜਹ ਤੁਮ ਰਾਖਣ ਹਾਰੇ। ਜਿਹੜਾ ਮਾਤਾ ਦੇ ਗਰਭ 'ਚ ਵੀ ਤੇਰੀ ਰੱਖਿਆ ਕਰਨ ਵਾਲਾ ਹੈ, ਉਸ ਪਾਲਣਹਾਰੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ। ਜਿਸ ਨੂੰ ਕਰੀ ਰਹਿਮ। ਭਾਈ ਜਿਨ੍ਹਾਂ ਤੇ ਉਹ ਰਹਿਮਤ ਕਰਦੇ, ਰਹਿਮ ਦਿਲੀ ਕਰਦਾ ਹੈ ਜਿਨ੍ਹਾਂ ਤੇ। ਇਸ ਨਾ ਵਿਸਾਰਦਾ। ਜਿਹੜੇ ਉਹਨੂੰ ਚੇਤੇ ਕਰਦੇ ਨੇ ਉਹਨਾਂ ਨੂੰ ਵਿਸਾਰਦਾ, ਭੁਲਾਉਂਦਾ ਨਹੀਂ। ਜਿਵੇਂ ਕਲਗੀਧਰ ਪ੍ਰੀਤਮ ਜੀ ਉਂਗਲਾਂ ਤੇ ਗਿਣਦਿਆਂ ਪੁੱਛਿਆ ਸੀ ਨਾ ਪਿਆਰੇ ਦਇਆ ਸਿੰਘ ਜੀ ਨੇ, ਮਹਾਰਾਜ ਪੋਟਿਆਂ ਤੇ ਕਿਹੜੀ ਗਿਣਤੀ? ਪਿਆਰੇ ਦਇਆ ਸਿੰਘ ਜਿਹੜੇ ਮੈਨੂੰ ਚੇਤੇ ਕਰਦੇ ਨੇ, ਮੈਂ ਉਹਨਾਂ ਨੂੰ ਚੇਤੇ ਕਰਦਾ ਹਾਂ ਜਿਨ੍ਹਾਂ ਤੇ ਉਹ ਰਹਿਮਵਾਨ ਹੋ ਜਾਵੇ ਮੇਰਾ ਚੋਜੀ ਪ੍ਰੀਤਮ ਸਤਿਗੁਰੂ ਸਾਹਿਬ। ਫਿਰ ਉਹਨਾਂ ਨੂੰ ਵਿਸਾਰਦਾ ਨਹੀਂ ਹੈ, ਉਹਨਾਂ ਤੇ ਦਿਆਲਤਾ ਕਰ ਦਿੰਦਾ ਏ। ਸਜਣਾ ਉਹਨਾਂ ਦੇ ਲਿਖੇ ਹੋਏ ਬਦਾਵੇ ਵੀ ਪਾੜ ਦਿੰਦਾ। ਐਸਾ ਉਹ ਪਰਮੇਸ਼ਰ ਹੈ, ਐਸੇ ਰਹਿਮਤਵਾਨ ਹਨ ਉਸ ਪਾਲਣਹਾਰੇ ਜਿਸ ਬਾਪੂ ਨੇ ਇਹ ਸਰਦਾਰੀਆਂ ਬਖਸ਼ਿਸ਼ ਕੀਤੀਆਂ ਨੇ। ਉਹਨੂੰ ਭਾਈ ਚੇਤੇ ਕਰਿਆ ਕਰ। ਜੇ ਉਹ ਰਹਿਮਵਾਨ ਹੋ ਗਿਆ ਤੈਨੂੰ ਕਦੇ ਵਿਸਾਰੇਗਾ ਨਹੀਂ। ਆਪ ਹੀ ਉਪਾਵਨ ਹਾਰ। ਉਹ ਪਰਮੇਸ਼ਰ ਕੈਸਾ? ਕਹਿੰਦੇ ਆਪ ਹੀ ਉਹ ਭਾਈ ਪੈਦਾ ਕਰਨ ਵਾਲਾ ਹੈ, ਆਪੇ ਹੀ ਮਾਰਦਾ ਤੇ ਆਪ ਹੀ ਮਾਰਨ ਵਾਲਾ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਜੀ। ਸਭ ਕਿਛ ਜਾਣੈ ਜਾਣ। ਤੇ ਸਾਰਿਆਂ ਦੇ ਭਾਈ ਹਿਰਦਿਆਂ ਦੀ ਜਾਣਨ ਵਾਲਾ। ਇਹ ਨਹੀਂ ਕਿ ਉਹਨੂੰ ਪਤਾ ਹੀ ਕੱਖ ਨਹੀਂ। ਹੁਣ ਮਨ 'ਚ ਇਹ ਨਾ ਆ ਜਾਵੇ ਜੀ ਜੇ ਮਹਾਰਾਜ ਉਹਨੂੰ ਤੇ ਫਿਰ ਕੋਈ ਛਲ ਵੀ ਲੈਂਦਾ ਹੋਵੇਗਾ, ਭਲਾ
ਆ ਸਾਡੇ ਪਿੰਡ ਵਾਲੇ ਪ੍ਰਧਾਨ ਦਾ ਮੈਂ ਸੁਣਿਆ ਬਾਬਾ ਜੀ ਦਿਨੇ ਦਿਨੇ ਕਿਰਪਾਨ ਪਾਉਂਦਾ, ਰਾਤ ਨੂੰ ਲਾਹ ਲੈਂਦਾ ਤੇ ਰੱਬ ਨੂੰ ਫਿਰ ਛਲਦਾ ਹੀ ਹੋਇਆ ਨਾ। ਕਹਿਣ ਲੱਗੇ ਨਹੀਂ ਭਾਈ, ਸਭ ਕੁਛ ਜਾਣੈ ਜਾਣ, ਉਹ ਜਾਣੀ ਜਾਣ ਹੈ। ਉਹਦੇ ਬਾਬਤ ਪੜਿਆ ਨਾ ਕਰ, ਚੇਤੇ ਰੱਖਿਆ ਕਰ, ਅੰਤਰ ਜਾਮੀ ਪੁਰਖ ਵਧਾਤੇ। ਤੇਰੀਆਂ ਅੰਦਰ ਦੀਆਂ ਜਾਣਨ ਵਾਲਾ, ਅੰਦਰ ਦੀਆਂ। ਆਮ ਆਪਾਂ ਕਹਿੰਦੇ ਬਾਬਾ ਜੀ ਦਰਬਾਰ ਸਾਹਿਬ ਪਹੁੰਚੇ ਤੇ ਰਾਗੀ ਸਿੰਘ ਕੀਰਤਨ ਕਰੇ ਤੇ ਮੈਨੂੰ ਲੱਗੇ ਮੇਰੇ ਸਵਾਲਾਂ ਦੇ ਜਵਾਬ ਦਿੰਦਾ, ਮੇਰੇ ਸਵਾਲਾਂ ਦੇ ਅਜੇ ਮੈਂ ਅਰਦਾਸ ਨਹੀਂ ਸੀ ਕੀਤੀ, ਪ੍ਰਕਰਮਾਂ 'ਚ ਉਤਰਦਿਆਂ ਹੀ ਮੇਰੇ ਸਾਰੇ ਮਸਲੇ ਹੱਲ ਹੋ ਗਏ। ਮਿੱਤਰਾ ਤੇਰੇ ਅੰਦਰ ਦੀਆਂ ਜਾਣਨ ਵਾਲਾ ਹੈ, ਸਭ ਕੁਛ ਜਾਣੇ ਜਾਣ, ਉਹ ਜਾਣੀ ਜਾਣ ਹੈ। ਬੁਝ ਵਿਚਾਰਦਾ ਤੇ ਜਾਣ ਕਰਕੇ ਵਿਚਾਰਦਾ, ਜਾਣ ਕਰਕੇ ਮਹਾਤਮ ਜਿਹੋ ਜੀ ਸ਼ਰਧਾ ਹੈ ਉਹੋ ਜੀ ਸ਼ਰਧਾ ਜਾਣ ਕਰਕੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਫਲ ਦੇਣ ਵਾਲਾ ਹੈ, ਫਲ ਵਰਦਾਤਾ ਹੈ। ਭਾਵਨਾ ਜਾਣ ਕਰਕੇ ਉਹ ਬਾਪੂ ਹੀ ਜਿਹੜਾ ਕਹਿੰਦਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਿੱਖ ਹੈ ਜਿਹੜਾ ਰਹਿਤ ਵਿੱਚ ਪ੍ਰਪੱਕ ਹੋਵੇਗਾ, ਦਿਨ ਰਾਤ ਦਾ ਮਸਲਾ ਨਹੀਂ। ਇਹ ਤੇ ਉਹ ਹੈ ਜਿਹੜਾ ਕਹਿੰਦਾ ਕਿਰਪਾਨ ਪਾਣ ਧਾਰਿਅੰ ਕਰੋੜ ਪਾਪ ਟਾਰਿਅੰ। ਅਨੇਕ ਰੂਪ ਖਿਨ ਮਾਹੇ, ਕਹਿੰਦੇ ਇੱਕ ਖਿਣ ਦੇ ਵਿੱਚ ਹੀ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ। ਉਹਦੀ ਕਿਹੋ ਜੀ ਸ਼ਕਤੀ, ਐਵੇਂ ਨਹੀਂ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਿੱਧ ਆ ਗਏ, ਮਹਾਰਾਜ ਜੀ ਅਸੀਂ ਲੁਕਣ ਮੀਟੀ ਖੇਡਣੀ ਤੁਹਾਡੇ ਨਾਲ। ਪਾਤਸ਼ਾਹ ਕਹਿੰਦੇ ਚੰਗਾ ਭਾਈ ਸਿੱਧੂ ਖੇਡ ਲੈਨੇ ਆ, ਦੱਸੋ ਕਿਵੇਂ? ਕਹਿੰਦੇ ਜੀ ਪਹਿਲਾਂ ਅਸੀਂ ਲੁਕ ਜਾਂਦੇ। ਕਹਿੰਦੇ ਚੰਗਾ ਲੁਕ ਜਾਵੋ। ਸਾਰੇ ਲੁਕ ਗਏ, ਕੋਈ ਕਿਤੇ ਜਾ ਕੇ ਬੈਠ ਗਿਆ, ਕੋਈ ਕਿਤੇ ਜਾ ਕੇ ਬੈਠ ਗਿਆ। ਸੋ ਨਾਨਕ ਪ੍ਰਕਾਸ਼ ਦੀ ਕਥਾ ਦੇ ਵਿੱਚ ਜਿਹੜੀ ਸ਼ਾਮ ਨੂੰ ਕਥਾ ਚੱਲਦੀ ਹੈ, ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸਿੱਖ ਸੰਗਤਾਂ ਸੁਣਦੇ ਹੋ। ਮਹਾਰਾਜ ਜੀ ਨੇ ਜਿੰਨੇ ਸਿੱਧ ਸਨ ਓਨੇ ਹੀ ਸਰੂਪ ਧਾਰਨ ਕਰ ਲਏ, ਓਨੇ ਦੇ ਓਨੇ। ਸੋ ਕਿਸੇ ਨੂੰ ਕੰਨੋਂ ਫੜ ਕੇ ਧੂਈ ਲਿਆਉਂਦੇ ਨੇ, ਕਿਸੇ ਦੀ ਬੋਦੀ ਪਗੜੀ ਹੋਈ ਲਈ ਆਉਂਦੇ ਨੇ। ਸਾਰਿਆਂ ਨੂੰ ਇਵੇਂ ਲੱਗਦਾ ਹੈ ਕਿ ਮੈਨੂੰ ਲੱਭ ਲਿਆ, ਦੂਜਾ ਤੇ ਭਲਾ ਲੁਕਿਆ ਹੀ ਹੋਵੇਗਾ। ਸਾਰੇ ਹੀ ਤੁਰੇ ਆਉਣ ਇਕੱਠੇ ਦੇ ਇਕੱਠੇ। ਅੱਛਾ ਮਹਾਰਾਜ ਸਾਨੂੰ ਲੱਭ ਲਿਆ, ਹੁਣ ਤੁਸੀਂ ਲੁਕ ਜਾਵੋ। ਤੇ ਕੌਣ ਨੇ? ਸਤਿਗੁਰੂ ਸਾਹਿਬ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸੋ ਜੋਤ ਰੂਪ ਸਤਿਗੁਰੂ ਸਾਹਿਬ ਜੀ ਨੇ ਜੋਤੀ 'ਚ ਜੋਤੀ ਮਿਲਾ ਲਈ, ਸਰਗੁਣ ਸਰੂਪ ਨੇ ਨਿਰਗੁਣ ਸਰੂਪ ਧਾਰਨ ਕਰ ਲਿਆ। ਸਿੱਧੋ ਜੇ ਮਹਾਰਾਜ ਤੁਸੀਂ ਸਾਨੂੰ ਨਾ ਲੱਭੇ ਤੇ ਫਿਰ ਕਹਿੰਦੇ ਫਿਰ ਟਕਾ ਰੱਖ ਕੇ ਅਰਦਾਸ ਕਰਿਓ, ਅਸੀਂ ਦਰਸ਼ਨ ਦੇ ਦੇਵਾਂਗੇ। ਸੋ ਲੱਭਦੇ ਫਿਰਦੇ ਨੇ, ਕੋਈ ਕਿਤੇ ਉੱਡਿਆ ਫਿਰੇ, ਕੋਈ ਕਿਤੇ ਨਾ ਲੱਭੇ। ਓੜ ਕਰ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ ਹੁਣ ਦੀਦਾਰ ਦੇ ਦਵੋ। ਮੱਥਾ ਟੇਕਿਆ ਧਰਤੀ ਤੇ, ਗੁਰਦੇਵ ਜਿੱਥੇ ਬੈਠੇ ਹੋਏ ਸਨ ਉੱਥੋਂ ਹੀ ਦਰਸ਼ਨ ਵਿਖਾਲ ਦਿੱਤੇ, ਉੱਥੋਂ ਹੀ। ਉਹ ਕਿਹੋ ਜਿਹਾ ਪਰਮੇਸ਼ਰ ਵਾਹਿਗੁਰੂ ਅਣਕ ਰੂਪ ਖਿਣ ਮਾਹੇ, ਅਨੇਕਾਂ ਹੀ ਰੂਪ ਉਹ ਖਿਣ ਭਰ ਦੇ ਵਿੱਚ ਹੀ ਧਾਰਨ ਕਰ ਲੈਂਦਾ ਹੈ। ਗੁਰਸਿੱਖਾ ਐਸੇ ਹਨ ਸਤਿਗੁਰੂ ਸਾਹਿਬ, ਕੁਦਰਤ ਧਾਰਦਾ। ਐਸੀ ਕੁਦਰਤ ਨੂੰ ਧਾਰਨ ਕੀਤਾ। ਇਹ ਕੁਦਰਤ ਦੇ ਵਿੱਚ ਵੀ ਆਪ ਹੀ ਸਾਰੇ ਸਰੂਪਾਂ ਵਿੱਚ ਵਸਿਆ ਹੋਇਆ ਹੈ। ਜਿਹਨੂੰ ਪੜ੍ਹਦਾ ਹੈ ਸੋਲਾ ਸਾਹਿਬ ਜੀ ਦੀ ਬਾਣੀ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਮਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਇਹ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੀ ਵਿਆਖਿਆ ਹੈ ਜੇ। ਜਿਸ ਨੂੰ ਲਾਏ ਸੱਚ, ਜਿਹਨੂੰ ਭਾਈ ਸੱਚ ਸਰੂਪ ਦੇ ਨਾਲ ਜੋੜ ਦਿੰਦਾ ਹੈ, ਤਿਸ ਹੀ ਉਧਾਰਦਾ। ਉਹਦਾ ਉਧਾਰ ਕਰ ਦਿੰਦੇ ਨੇ, ਉਹਨੂੰ ਇਸ ਸੰਸਾਰ ਤੋਂ ਮੁਕਤ ਕਰ ਦਿੰਦੇ ਹਨ। ਜਿਸ ਦੇ ਹੋਵੇ ਵੱਲ, ਪਰ ਗੁਰਸਿੱਖਾ ਜਿਹਦੇ ਉਹ ਵੱਲ ਹੋ ਜਾਵੇ, ਜਿਹਦਾ ਉਹ ਸਖਾ ਬਣ ਜਾਵੇ, ਸੋ ਕਦੇ ਨਾ ਹਾਰਦਾ। ਉਹਦੀ ਫਿਰ ਹਾਰ ਨਹੀਂ ਉਹ ਹੁੰਦੀ ਹਾਰ। ਜਿਹਦੇ ਪਿੱਛੇ ਕਲਗੀਆਂ ਵਾਲਾ ਬਾਪੂ ਖਲੋਤਾ ਹੋਵੇ ਨਾ, ਐਵੇਂ ਚਿੱਤ 'ਚ ਸੰਸ਼ਯ ਤੇ ਸ਼ੰਕਾ ਨਾ ਕਰਦਾ ਰਿਹਾ ਕਰ। ਇਤਿਹਾਸ ਪੜ੍ਹ ਕੇ ਵੇਖ, ਜਿੰਨਾ ਚਿਰ ਬਾਪੂ ਦਾ ਮੂੰਹ ਮੈਦਾਨੇ ਜੰਗ ਵੱਲ ਹੈ ਉਹਨਾਂ ਚਿਰ ਸਿੱਖ ਹਾਰਦੇ ਨਹੀਂ। ਤੇ ਜਦੋਂ ਬਾਪੂ ਪਿੱਠ ਘੁਮਾ ਕੇ ਤੁਰ ਪਏ ਫਿਰ ਕੋਈ ਜੰਮਿਆ ਨਹੀਂ ਸਿੱਖਾਂ ਨੂੰ ਜਿਤਾ ਸਕੇ। ਇਹ ਆਪ ਪ੍ਰਗਟ ਕਰਕੇ ਵਿਖਾਲਿਆ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਦੀ ਕਦੇ ਹਾਰ ਹੋ ਹੀ ਨਹੀਂ ਸਕਦੇ ਜੇ। ਸਦਾ ਅਭਾਗ ਦੀ ਬਾਣ ਹੈ। ਭਾਈ ਉਹ ਅਕਾਲ ਪੁਰਖ ਵਾਹਿਗੁਰੂ
ਸਦੀਵ ਕਾਲ ਰਹਿਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਜੀ। ਹਉ ਤਿਸ ਨਮਸਕਾਰ ਦਾ। ਅਸੀਂ ਉਸ ਨੂੰ ਨਮਸਕਾਰਾਂ ਕਰਦੇ ਹਾਂ, ਉਹਦੇ ਚਰਨਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ। ਐਸੇ ਪਰਮੇਸ਼ਰ ਵਾਹਿਗੁਰੂ ਤੇ ਜਿਨੇ ਕਿਰਪਾ ਕਰਕੇ, ਰਹਿਮਤ ਕਰਕੇ, ਦਇਆ ਦਾ ਪਰਦਾ ਪਾ ਕਰਕੇ, ਸਾਡੇ ਤੇ ਦਿਆਲਤਾ ਕਰਕੇ, ਆਪਣੀ ਪਾਵਨ ਗੁਰਸਿੱਖੀ ਬਖਸ਼ ਕਰਕੇ ਸਾਨੂੰ ਜੀਵਾਂ ਨੂੰ ਨਵਾਜਣਾ ਕੀਤਾ ਹੈ। ਐਸੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਤੋਂ ਬਲਹਾਰ ਜਾਈਏ। ਇਹ ਪਾਵਨ ਕਿਰਪਾ ਸਤਿਗੁਰੂ ਸਾਹਿਬ ਜੀ ਨੇ ਆਪ ਦਿਆਲਤਾ ਕਰਕੇ 18 ਤੇ ਜਿਹੜਾ ਭੇਜਿਆ, ਸੋ ਐਸੀ ਬਖਸ਼ਿਸ਼ ਕੀਤੀ ਹੈ, ਦਿਆਲਤਾ ਕੀਤੀ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ। ਆਪ ਕਿਰਪਾ ਕਰਕੇ ਇਹ ਪਾਵਨ ਪਵਿੱਤਰ ਹੁਕਮਨਾਮੇ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਸਦਕਾ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਜੀ। ਹੁਣ ਜੋ ਲੜੀਵਾਰ ਕਥਾ ਦੁਆਰਾ ਬਖਸ਼ਿਸ਼ ਕਰ ਰਹੇ ਹਨ, ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰੁਣ ਝੁਣੋ ਸ਼ਬਦ ਅਨਾਹਦ, ਨਿਤ ਉਠ ਗਾਈਐ ਸੰਤਨ ਕੈ। ਸੋ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਰਾਮਕਲੀ ਰਾਗ ਦੇ ਅੰਦਰ। ਮਹਾਰਾਜ ਕੀ ਕਰਿਆ ਕਰੀਏ? ਕਹਿੰਦੇ ਭਾਈ ਜੋ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਪਾਵਨ ਸ਼ਬਦ ਹੈ, ਜਿਹਦੀ ਅਨਾਹਦ ਧੁਨ ਹੱਦ ਤੋਂ ਰਾਹਤ ਜਿਹਦੀ ਧੁਨੀ ਵੱਜ ਰਹੀ ਹੈ। ਮਹਾਰਾਜ ਇਹ ਜਿਹੜਾ ਸ਼ਬਦ ਹੈ, ਕਿਸ ਕਿਸ ਦੇਸ਼ ਵਿੱਚ ਇਹ ਵਾਹਿਗੁਰੂ ਮੰਤਰ ਗਾਇਆ ਜਾਂਦਾ ਹੈ? ਕਹਿੰਦੇ ਹੱਦ ਤੋਂ ਰਾਹਤ ਇਸ ਦੀ ਧੁਨ ਵੱਜ ਰਹੀ ਹੈ। ਜਿੱਥੇ ਕਿੱਥੇ ਵੀ ਪਰਮੇਸ਼ਰ ਵਾਹਿਗੁਰੂ ਦਾ ਜਸ ਜਿਹੜੀ ਜਿਹੜੀ ਰਸਨਾ ਦੁਆਰਾ ਵੀ ਦੁਨੀਆ ਦੇ ਲੋਕ ਕਰ ਰਹੇ ਹਨ, ਉਹ ਭਾਈ ਨੇਤ ਨੇਤ ਸਭ ਕੋ ਕਹਿਤ, ਸਾਰੇ ਉਸ ਨੂੰ ਨੇਤ ਨੇਤ ਨਮਸਕਾਰਾਂ ਕਰ ਰਹੇ ਹਨ। ਇਹਦਾ ਐਸਾ ਨਾਮ ਹੈ ਪਰਮੇਸ਼ਰ ਵਾਹਿਗੁਰੂ ਦਾ ਭਾਈ, ਜਿਹਦੇ ਨਾਮ ਦੀਆਂ ਗਿਣਤੀਆਂ, ਉਹਦੇ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੋਈ ਉਹਨੂੰ ਦਾਮੋਦਰ ਕਹਿ ਕਰਕੇ ਪੁਕਾਰ ਰਿਹਾ ਹੈ, ਕੋਈ ਉਹਨੂੰ ਰਾਮ ਰਾਮ ਕਹਿ ਰਿਹਾ ਹੈ, ਕੋਈ ਅੱਲਾ ਕਹਿ ਰਿਹਾ ਹੈ, ਕੋਈ ਖੁਦਾ ਕਹਿ ਰਿਹਾ ਹੈ, ਕੋਈ ਉਹਨੂੰ ਇਸੇ ਤਰੀਕੇ ਦੇ ਨਾਲ ਭਾਈ ਸੋ ਹਰ ਕਹਿ ਕਰਕੇ ਉਸ ਨੂੰ ਆਵਾਜ਼ਾਂ ਦੇਈ ਜਾਂਦਾ ਹੈ। ਗੁਰਸਿੱਖ ਹੋ ਕਰਕੇ ਵਾਹਿਗੁਰੂ ਮੰਤਰ ਚੌਵਾਂ ਯੁਗਾਂ ਦਾ ਮੰਤਰ ਇੱਕੇ ਵਾਰੀ ਰਸਨਾ ਦੁਆਰਾ ਉਚਾਰਨ ਕਰਵਾ ਕੇ, ਕੋਈ ਵਾਸਦੇਵ ਕਹਿੰਦਾ ਸੀ, ਕੋਈ ਰਾਮ ਕਹਿੰਦਾ ਸੀ, ਕੋਈ ਹਰ ਕਹਿੰਦਾ ਸੀ, ਕੋਈ ਗੋਬਿੰਦ ਕਹਿੰਦਾ ਸੀ। ਸਾਰੇ ਸ਼ਬਦਾਂ ਦਾ ਸੁਮੇਲ ਕਰਕੇ ਤੈਨੂੰ ਵਾਹਿਗੁਰੂ ਮੰਤਰ ਦੇ ਦਿੱਤਾ ਹੈ। ਐਸੀ ਜਿਹੜੀ ਅਨਹਦ ਧੁਨ ਹੈ ਭਾਈ, ਉਹਨੂੰ ਕਹਿੰਦੇ ਨਿਤਾ ਪ੍ਰਤੀ ਗਾਇਆ ਕਰ ਕਿੱਥੇ। ਕਿਲ ਵਿਖ ਸਭ ਦੋਖ ਬਿਨਾਸਨ। ਸੋ ਨਿਤ ਉੱਠ ਗਾਈਏ ਸੰਤਨ, ਕਹਿੰਦੇ ਨਿਤਾ ਪ੍ਰਤੀ ਉੱਠ ਕਰਕੇ ਸੰਤਾਂ ਦੇ ਪਾਸ ਬੈਠ ਕਰਕੇ ਪਰਮੇਸ਼ਰ ਦੇ ਪਿਆਰਿਆਂ ਕੋਲ ਗਾਇਆ ਕਰ। ਕਿਲ ਵਿਖ ਸਭ ਦੋਖ ਬਿਨਾਸਨ। ਮਹਾਰਾਜ ਕੀ ਹੋਵੇਗਾ? ਕਹਿੰਦੇ ਭਾਈ ਸਾਰੇ ਕਿਲ ਵਿਖ ਪਾਪ ਜਿਹੜੇ ਨੇ ਨਾ, ਦੋਖ ਕੀਤੇ ਹੋਏ ਉਪਦਰਵ ਸਾਰੇ ਨਾਸ ਹੋ ਜਾਣਗੇ। ਹਰ ਨਾਮ ਜਪੀਐ ਗੁਰ ਮੰਤਨ ਕੈ। ਕਹਿੰਦੇ ਭਾਈ ਕੀ ਹੋਵੇਗਾ? ਕਦੋਂ ਹੋਣਗੇ? ਕਹਿੰਦੇ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਪਾਸ ਇਸ ਪਾਵਨ ਮੰਤਰ ਦਾ ਉਚਾਰਨ ਕਰੇਗਾ। ਹਰ ਨਾਮ ਲੀਜੈ ਅਮਿਓ ਪੀਜੈ। ਮਹਾਰਾਜ ਕੀ ਕਰੀਏ ਜੀ? ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਜਪਿਆ ਕਰ। ਮਹਾਰਾਜ ਸੁਣ ਲਿਆ ਵਾਰ-ਵਾਰ ਇਹੋ ਕਹੀ ਜਾਂਦੇ। ਕੀ ਹੋਵੇਗਾ? ਕਹਿੰਦੇ ਇਹ ਅੰਮ੍ਰਿਤ ਪੀਣਾ, ਅੰਮ੍ਰਿਤ ਮੁਕਤ ਹੋਣਾ ਚਾਹੁੰਦਾ ਹੈ ਨਾ, ਜੇ ਵਿਕਾਰਾਂ ਤੋਂ ਛੁੱਟਣਾ ਚਾਹੁੰਦਾ ਹੈ ਤੇ ਇਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਇਸ ਰਸਨਾ ਦੁਆਰਾ ਪੀਣਾ ਕਰ। ਰੈਨ ਦਿਨਸ ਆਰਾਧੀਐ। ਕਹਿੰਦੇ ਦਿਨ ਪਰ ਰਾਤ ਉਸ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰਿਆ ਕਰ। ਜੋਗਦਾਨ ਅਨੇਕ ਕਿਰਿਆ। ਕਹਿੰਦੇ ਮਹਾਰਾਜ ਮੈਂ ਜੋਗਾ ਅਭਿਆਸੀ ਨਾ ਹੋ ਜਾਵਾਂ, ਜੋਗਾ ਅਭਿਆਸੀ ਦਾਨੀ ਹੋ ਜਾਵਾਂ। ਕਹਿੰਦੇ ਭਾਈ ਇਹ ਜਿਹੜੀ ਯੋਗਾ ਅਭਿਆਸ ਕਰਨਾ ਹੈ, ਹੋਰ ਜੇ ਇਸੇ ਤਰੀਕੇ ਦੇ ਨਾਲ ਦਾਨ ਆਦਿ ਕਰਨੇ ਨੇ, ਅਨੇਕ ਕਿਰਿਆ ਹਨ। ਲਗ ਚਰਨ ਕਮਲ ਸਾਧੀਐ। ਕਹਿਣ ਲੱਗੇ ਭਾਈ ਜੇ ਚਰਨ ਕਮਲਾਂ ਨਾਲ ਨਹੀਂ ਜੁੜਿਆ ਹੋਇਆ, ਜੇ ਗੁਰਮੰਤਰ ਤੋਂ ਹੀਣਾ ਹੈ ਤੇ ਇਹ ਸਭ ਨਿਫਲ ਹਨ। ਜੇ ਗੁਰਮੰਤਰ ਦੀ ਜਾਚਨਾ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਨਹੀਂ ਕੀਤੀ, ਫਿਰ ਗੁਰਸਿੱਖਾਂ ਸਾਰੇ ਨਿਫਲ ਹਨ। ਜੇ ਚਰਨ ਕਮਲ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ 'ਚ ਹੈ ਤੇ ਫੇਰ ਹੀ ਇਹ ਸਾਧੇ ਜਾ ਸਕਦੇ ਨੇ। ਯੋਗਾ ਅਭਿਆਸ ਵੀ ਤਾਂ ਹੀ ਤੇਰਾ ਕੀਤਾ ਸਫਲ ਹੈ, ਦਾਨ ਕੀਤਾ ਵੀ ਤਾਂ ਹੀ ਸਫਲ ਹੈ ਜੇ ਗੁਰੂ ਕੀ ਹਜ਼ੂਰੀ 'ਚ ਹੈ। ਜੇ ਤੇਰੇ ਦਿੱਤੇ ਹੋਏ ਦਾਨ ਨਾਲ ਕੋਈ ਸ਼ਰਾਬ ਹੀ ਪੀ ਗਿਆ, ਕੋਈ ਤੰਬਾਕੂ ਹੀ ਖਾਈ ਗਿਆ, ਤੇ ਦਾਨ ਦਿੱਤੇ ਦਾ ਵੀ ਫਾਇਦਾ ਕੀ ਹੋਇਆ ਭਲਾ। ਸੋ ਤਾਈਓ ਕਿਹਾ ਨਾ, ਦਾਨ ਦਿਓ ਇਨਹੀ ਕੋ ਪੜ੍ਹੋ ਔਰ ਆਣ ਕੋ ਦਾਨ ਨਾ ਲਾਗਤ ਨੀਕੋ। ਕੱਲਾ ਦਾਨ ਕਰਨ ਲਈ ਨਹੀਂ ਕਿਹਾ, ਨਾਲ ਇਹ ਵੀ ਬਚਨ ਕੀਤੇ ਕਿ ਜੇ ਦਾਨ ਕਰਨਾ ਹੈ ਤੇ ਗੁਰੂ ਕੇ ਸਿੱਖਾਂ ਦੇ ਤਾਂ ਹੀ, ਖਾਲਸੇ ਦੇ ਤਾਂ ਹੀ ਕਰੀ। ਐਵੇਂ ਨਹੀਂ ਕਿ ਤੰਬਾਕੂ ਖਾਣ ਵਾਲਿਆਂ ਨੂੰ ਠਾ ਕੇ ਦਿੰਦਾ ਫਿਰੇ ਕਿ ਮੈਂ ਜੀ ਬੜਾ ਵੱਡਾ ਦਾਨੀ ਹੋ ਗਿਆ। ਕਹਿਣ ਲੱਗੇ ਨਹੀਂ ਮਿੱਤਰਾ,
ਇਹਨਾਂ ਨੂੰ ਦਿੱਤਾ ਹੋਇਆ ਨਹੀਂ। ਸਫਲਾ ਫਲੇਗਾ ਤਾਂ ਜੇ ਗੁਰੂ ਕੇ ਖਾਲਸੇ ਦੀ ਸੇਵਾ ਵਿੱਚ ਲਾਵੇਂਗਾ। ਕਿਉਂ ਜੀ ਖਾਲਸੇ ਦੀ ਸੇਵਾ ਕਿਉਂ? ਗੁਰਸਿੱਖਾ ਉਹਨਾਂ ਤੇਰੇ ਕੋਲ ਮੁਫਤ ਨਹੀਂ ਲੈਣਾ। ਮੁਫਤ ਤੂੰ ਤੇ ਇੱਕ ਸਮੇਂ ਦਾ ਪ੍ਰਸ਼ਾਦਾ ਛਕਾ ਦੇਵੇਂਗਾ, ਤੇ ਪਰ ਚੇਤੇ ਰੱਖੀ ਜਦੋਂ ਗੁਰੂ ਕੇ ਸਿੱਖ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੇ ਤੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ, ਤੇ ਫਿਰ 10 ਖਾਂ ਦਾਨੀ ਤੂੰ ਹੋਇਆ ਤੇ ਉਹ ਹੋਇਆ। ਦਾਨੀ ਤੂੰ ਕਿਵੇਂ ਬਣ ਜਾਵੇਂਗਾ ਗੁਰੂ ਕੇ ਖਾਲਸੇ ਦੇ ਅੱਗੇ? ਦਾਨੀ ਉਹ ਜਿਹਨੇ ਤੇਰੀ ਖੈਰ ਮੰਗੀ। ਖੈਰ ਮੰਗੀ ਕਿੱਥੋਂ? ਜਿਹਦੀ ਗੁਰੂ ਸੁਣਦਾ ਏ ਉਹਨੇ ਆਖਿਆ ਮਹਾਰਾਜ ਇਹਦਾ ਭਲਾ ਕਰ ਦੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸੋ ਇਸ ਕਿਰਿਆ ਨੂੰ ਵੀ ਜੇ ਚਰਨ ਕਮਲਾਂ ਨਾਲ ਜੁੜਿਆ ਕਰਵੇਂਗਾ ਤੇ ਤਾਂ ਹੀ ਸਾਧਿਆ ਜਾ ਸਕਦਾ ਹੈ। ਭਾਉ ਭਗਤ ਦਇਆਲ ਮੋਹਨ, ਕਹਿੰਦੇ ਭਾਈ ਉਹ ਜੋ ਪਰਮੇਸ਼ਰ ਵਾਹਿਗੁਰੂ ਉਹਦੀ ਭਾਉ ਭਗਤੀ ਕਰਿਆ ਕਰ। ਉਹ ਦਇਆ ਦਾ ਆਲਾ ਘਰ ਹੈ, ਮੋਹਨ ਮਨਾਂ ਨੂੰ ਮੋਹਣ ਵਾਲਾ ਹੈ ਜੀ। ਦੁਖ ਸਗਲੇ ਪਰ ਹਰੈ, ਉਹਦੇ ਚਰਨਾਂ ਨਾਲ ਜੁੜਨੇ ਤੇ ਸਾਰੇ ਜਿਹੜੇ ਦੁੱਖ ਹਨ ਉਹ ਪਰ ਹਰੇ ਨਾਸ ਹੋ ਜਾਂਦੇ ਹਨ। ਬਿਨਵੰਤ ਨਾਨਕ ਤਰੈ ਸਾਗਰ, ਕਹਿੰਦੇ ਭਾਈ ਜਿਹੜੇ ਉਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਏ ਨੇ ਉਹਨਾਂ ਨੇ ਸਾਰੇ ਸਾਗਰ ਸੰਸਾਰ ਸਮੁੰਦਰ ਨੂੰ ਤਰ ਲੈਣਾ ਕੀਤਾ ਹੈ ਜੀ। ਧਿਆਏ ਸੁਆਮੀ ਨਰ ਹਰੈ, ਇਸ ਕਰਕੇ ਉਹ ਜਿਹੜੇ ਨਰਾਂ ਦੇ ਚਿੱਤ ਨੂੰ ਹਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਹੜਾ ਹਰ ਕਿਸੇ ਦੇ ਚਿੱਤ ਦੇ ਵਿੱਚ ਵਸਿਆ ਹੋਇਆ ਹੈ, ਹਰ ਇੱਕ ਹਿਰਦੇ ਵਿੱਚ ਵਸਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਚਰਨਾਂ ਦੇ ਨਾਲ ਜੁੜਨਾ ਕਰ, ਤੇਰਾ ਭਲਾ ਹੋ ਜਾਵੇਗਾ। ਇਹ ਭਾਈ ਇੱਕ ਪਦ ਦੀ ਇੱਥੇ ਕਥਾ ਹੋਈ ਹੈ। ਅੱਗੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜਿਵੇਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨਗੇ ਗੁਰਸਿੱਖਾਂ ਤੇ ਉਹਨਾਂ ਦੀ ਰਸਨਾ ਦੁਆਰਾ ਆਪ ਜੀ ਸਰਵਣ ਕਰਨਾ ਕਰਿਓ। ਸੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ ਜੀ। ਭਾਉ ਭਗਤ ਦਇਆਲ ਮੋਹਨ, ਦੁਖ ਸਗਲੇ ਪਰ ਹਰੈ। ਬਿਨਵੰਤ ਨਾਨਕ ਤਰੈ ਸਾਗਰ, ਧਿਆਏ ਸੁਆਮੀ ਨਰ ਹਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ